ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਯੂਰਪ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ, ਸੰਸਾਰ ਭਰ ਦੇ ਵਿੱਚ ਸਿੱਖ ਚੈਨਲ ਵੇਖ ਰਹੀਆਂ ਸਾਰੀਆਂ ਸੰਗਤਾਂ ਦਾ ਤੁਹਾਡਾ ਜੀ ਕਰੰਟ ਅਫੇਅਰ ਪ੍ਰੋਗਰਾਮ ਦੇ ਵਿੱਚ ਬਹੁਤ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਕਰੰਟ ਮੁੱਦੇ ਨੇ ਉਹਨਾਂ ਨੂੰ ਬਿਲਕੁਲ ਤੁਹਾਡੇ ਸਾਹਮਣੇ ਲਿਆਂਦਾ ਜਾਂਦਾ ਹੈ। ਅਤੇ ਕਿਉਂਕਿ ਸਿੱਖ ਚੈਨਲ ਦਾ ਇਹ ਕੰਮ ਹੈ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਸਿੱਖੀ ਦੇ ਨਾਲ ਸੰਬੰਧਿਤ ਹੈ ਜਾਂ ਕੋਈ ਇਸ ਤਰ੍ਹਾਂ ਦੇ ਨੇ ਸਿੱਖ ਰਿਲੀਜਨ ਦੇ ਨਾਲ ਹੈ, ਉਹਦੇ ਵਿੱਚ ਕੋਈ ਲਾਸ ਹੈ, ਕੋਈ ਗੇਨ ਹੈ, ਕੋਈ ਕਿਸ ਤਰ੍ਹਾਂ ਦੀ ਜੋ ਵੀ ਸਿਚੁਏਸ਼ਨ ਹੁੰਦੀ ਹੈ, ਜੋ ਵੀ ਉਹ ਕੰਡੀਸ਼ਨ ਵੀ ਆਪਣੇ ਉਸ ਵਕਤ ਹੁੰਦੀ ਹੈ, ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ। ਅਤੇ ਵਿਚਾਰਾਂ ਤੁਸੀਂ ਕਰਨੀਆਂ ਹੁੰਦੀਆਂ ਨੇ ਕਿ ਉਹਦਾ ਹੱਲ ਕੀ ਆ, ਉਹਦਾ ਸਲਿਊਸ਼ਨ ਕੀ ਆ। ਸੋ ਅੱਜ ਵੀ ਅਸੀਂ ਤੁਹਾਡੇ ਵਾਸਤੇ ਕਾਫੀ ਜਿਹੜੇ ਮੁੱਦੇ ਉਹ ਲੈ ਕੇ ਮੈਂ ਹਾਜ਼ਰ ਹਾਂ ਜੀ ਸਿੱਖ ਚੈਨਲ ਦੇ ਵੱਲੋਂ। ਸੋ ਇੱਕ ਵੇਖੋ, ਸਿੱਖ ਚੈਨਲ ਦਾ ਇੱਕ ਬਹੁਤ ਵਧੀਆ ਇਹ ਉਪਰਾਲਾ ਹੈ ਕਰੰਟ ਅਫੇਅਰ ਦੇ ਪ੍ਰੋਗਰਾਮ ਦੇ ਵਿੱਚ ਕਿ ਜਿੰਨੇ ਵੀ ਚਾਹੇ ਕਿਸੇ ਕੰਟਰੀ ਦੇ ਵਿੱਚ ਆਲ ਵਰਲਡ ਦੇ ਵਿੱਚ ਕੋਈ ਵੀ ਮੁੱਦਾ ਹੋਵੇ ਉਹ ਤੁਹਾਡੇ ਸਾਹਮਣੇ ਲਿਆਉਣਾ ਅਤੇ ਤੁਹਾਨੂੰ ਜਾਣੂ ਕਰਵਾਉਣਾ ਉਸ ਤੋਂ, ਇਹ ਅੱਜ ਲੈ ਕੇ ਅਸੀਂ ਹਾਜ਼ਰ ਹਾਂ। ਸੋ ਇਹਦੇ ਵਿੱਚ ਤੁਸੀਂ ਅਗਰ ਕਿਸੇ ਮੁੱਦੇ ਦੇ ਵਿੱਚ ਵੀ ਸਾਡੇ ਨਾਲ ਕੋਈ ਕਾਲ ਕਰਨੀ ਹੋਵੇ ਅਤੇ ਤੁਸੀਂ ਉਸ ਮੁੱਦੇ ਦੇ ਸੰਬੰਧ ਦੇ ਵਿੱਚ ਤੁਸੀਂ ਕਾਲ ਵੀ ਸਾਨੂੰ ਕਰ ਸਕਦੇ ਹੋ ਅਤੇ ਉਹਦਾ ਜਵਾਬ ਵੀ ਅਸੀਂ ਤੁਹਾਨੂੰ ਜੋ ਯੋਗ ਹੋਏਗਾ ਉਹ ਅਸੀਂ ਜ਼ਰੂਰ ਦੇਵਾਂਗੇ। ਸੋ ਆਓ ਆਪਾਂ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਮੁੱਦਾ ਹੈ ਸਿੱਖ ਮੁੱਦਿਆਂ ਦੀ ਆਪਾਂ ਜਿਹੜੀ ਇਹਦੇ ਵਿੱਚ ਗੱਲ ਕਰ ਰਹੇ ਹਾਂ, ਇੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ ਕਿ ਅਮਰੀਕਾ ਦੇ ਵਿੱਚ US ਦੇ ਵਿੱਚ ਮੈਰੀਲੈਂਡ ਜਿਹੜਾ ਹੈਗਾ ਉੱਥੇ ਦੀ ਇਹ ਇੱਕ ਘਟਨਾ ਹੈ, ਉੱਥੇ ਦੀ ਇਹ ਗੱਲ ਆ ਕਿ ਉੱਥੇ ਇੱਕ ਬੱਸ ਡਰਾਈਵਰ ਜਿਹਦੇ ਨਾਲ ਤਕਰੀਬਨ 13 ਸਾਲ ਤੋਂ ਡਿਸਕ੍ਰਿਮੀਨੇਸ਼ਨ ਜਿਹੜਾ ਹੁੰਦਾ ਆ ਰਿਹਾ ਸੀਗਾ। ਸੋ ਉਹ ਇੱਕ ਸਕੂਲ ਦੇ ਵਿੱਚੋਂ ਬੱਚੇ ਜਿਹੜੇ ਉਹ ਚੁੱਕਦਾ ਸੀ ਅਤੇ ਬੱਚੇ ਛੱਡਦਾ ਸੀਗਾ ਅਤੇ ਉਹ ਬੱਸ ਡਰਾਈਵਰ ਜਿਹੜਾ ਆ ਤੁਸੀਂ ਵੇਖ ਰਹੇ ਹੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ, ਉਹਦੀ ਅਸੀਂ ਫੋਟੋ ਵੀ ਸ਼ੋਅ ਕਰ ਦਿੱਤੀ ਆ। ਅਤੇ ਇਹ ਬੱਸ ਡਰਾਈਵਰ ਜਿਹੜਾ 13 ਸਾਲ ਤੋਂ, ਇਹਨੇ ਦੱਸਿਆ ਕਿ ਕੋਈ ਜਦੋਂ ਇਹ ਬੱਚਿਆਂ ਨੂੰ ਛੱਡਣ ਜਾਂਦਾ ਸੀ ਜਾਂ ਬੱਚਿਆਂ ਨੂੰ ਉੱਥੋਂ ਚੁੱਕਣ ਜਾਂਦਾ ਸੀਗਾ ਅਤੇ ਇਹਨੂੰ ਇੱਕ ਬਹੁਤ ਹੀ ਜਿਹੜੇ ਲਫ਼ਜ਼ ਜਿਹੜੇ ਨਹੀਂ ਕਹਿਣਯੋਗ ਉਹ ਕਹਿ ਜਾਂਦੇ ਸਨ। ਉਹਨਾਂ ਦੇ ਵਿੱਚ ਜਿਵੇਂ ਟੈਰੋਰਿਸਟ ਜਾਂ ਅਲ ਕਾਇਦਾ ਜਾਂ ਤਾਲਿਬਾਨ, ਇਸ ਤਰ੍ਹਾਂ ਦੇ ਲਫ਼ਜ਼ ਜਿਹੜੇ ਆ ਇਹਨੂੰ ਕਹਿ ਜਾਂਦੇ ਸਨ। ਇਹ 45 ਸਾਲ ਇਹਦੀ ਉਮਰ ਹੈ ਇਸ ਮਿਸਟਰ ਸਿੰਘ ਦੀ। ਸੋ ਇਹਨੇ ਕਈ ਵਾਰ ਕੰਪਲੇਂਟ ਜਿਹੜੀ ਕੀਤੀ ਹੈ, ਸਕੂਲ ਨੂੰ ਵੀ ਕੰਪਲੇਂਟ ਕੀਤੀ ਸੀ ਅਤੇ ਪਰ ਇਹਦੇ ਬਾਰੇ ਕੋਈ ਵੀ ਉਹਨਾਂ ਨੇ ਜਿਹੜਾ ਕਦਮ ਨਹੀਂ ਉਠਾਇਆ। ਉਹਨੇ ਇਹ ਦੱਸਿਆ ਕਿ ਕਈ ਵਾਰੀ ਉਹਨੂੰ ਉਸਾਮਾ ਬਿਨ ਲਾਦਨ ਜਿਹੜਾ ਉਹ ਵੀ ਕਹਿ ਕੇ ਉਹਨੂੰ ਪੁਕਾਰਿਆ ਜਾਂਦਾ ਸੀਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਹਦੇ ਨਾਲ ਜੋਕ ਜਿਹੜੇ ਉਹਦੇ ਨਾਲ ਕੀਤੇ ਜਾਂਦੇ ਸੀਗੇ, ਉਹਨੂੰ ਦੱਸੇ ਜਾਂਦੇ ਸੀ ਕਿ ਇਹਦਾ ਕਾਰਨ ਕੀ ਹੈ, ਕੀ ਗੱਲ। ਇਹਦੇ ਨਾਲ ਹੀ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦੇਵਾਂ ਕਿ ਇੱਕ ਉੱਥੇ ਹੋਰ ਇੱਕ ਸਜ਼ਾ ਜਿਹੜੀ ਮਿਲੀ ਹੈ ਇੱਕ ਗੋਰੇ ਨੂੰ, ਕਿ ਉਹਨੂੰ ਇਹ ਸਜ਼ਾ ਜੱਜ ਨੇ ਦਿੱਤੀ ਹੈ ਕਿ ਤੂੰ ਸਿੱਖ ਧਰਮ ਦੇ ਬਾਰੇ ਬਿਲਕੁਲ ਸਟੱਡੀ ਕਰ। ਔਰ ਇਹ ਜਿਹੜੀ ਸਜ਼ਾ ਉੱਥੇ ਇੱਕ ਗੋਰੇ ਨੂੰ ਹੁਣੇ ਮਿਲੀ ਆ, ਜਿਹੜੀ ਤਾਜ਼ੀ ਬਿਲਕੁਲ ਆਪਾਂ ਨਿਊਜ਼ਪੇਪਰ ਦੇ ਵਿੱਚ ਮੀਡੀਆ ਦੇ ਰਾਹੀਂ ਵੀ ਆਪਾਂ ਉਹ ਵੇਖੀ ਆ। ਇੱਕ ਜੱਜ ਦੇ ਵੱਲੋਂ ਬਹੁਤ ਹੀ ਵਧੀਆ ਇੱਕ ਕਦਮ, ਇੱਕ ਫੈਸਲਾ ਜਿਹੜਾ ਇਹ ਲਿਆ ਗਿਆ ਹੈ ਕਿ ਜਿਹੜਾ ਉਸ ਨੂੰ ਸਿੱਖ ਧਰਮ ਦੇ ਪੜ੍ਹਨ ਵਾਸਤੇ ਜਾਂ ਸਟੱਡੀ ਕਰਨ ਵਾਸਤੇ ਉਹਨੂੰ ਜ਼ਰੂਰ ਉਹ ਸਜ਼ਾ ਇਹ ਦਿੱਤੀ ਆ। ਸੋ ਕੈਸੀ ਇਹ ਸਜ਼ਾ ਹੈ ਜਾਂ ਕਿ ਕਿਸ ਤਰ੍ਹਾਂ ਦਾ ਉਹਨੇ ਫੈਸਲਾ ਲਿਆ ਇਸ ਦੇ ਬਾਰੇ ਆਓ ਇੱਕ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਇੱਕ ਪੈਕੇਜ ਜਿਹੜਾ ਹੈਗਾ ਸਾਡੇ ਕੋਲ ਉਹ ਬਿਲਕੁਲ ਰੈਡੀ ਆ ਇਸ ਬੱਸ ਡਰਾਈਵਰ ਦੇ ਬਾਰੇ, ਅਸੀਂ ਤੁਹਾਨੂੰ ਪਹਿਲਾਂ ਉਹ ਸ਼ੋਅ ਕਰਦੇ ਹਾਂ। ਫਿਰ ਅਗਰ ਤੁਸੀਂ ਆਪਣੇ ਵਿਚਾਰ ਵੀ ਦੇਣੇ ਹੋਣਗੇ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹਾਂ ਸਿੱਖ ਚੈਨਲ ਦੇ ਜ਼ਰੀਏ। ਸੋ ਜ਼ਰੂਰ ਕਾਲ ਕਰਿਓ ਜੀ। ਸੋ ਆਓ ਪਹਿਲਾਂ ਆਪਾਂ ਇੱਕ ਉਹ ਜਿਹੜਾ ਕਲਿੱਪ ਹੈਗਾ ਪੈਕੇਜ ਜਿਹੜਾ ਉਹ ਆਪਾਂ ਜ਼ਰੂਰ ਵੇਖੀਏ। Savinder Singh, a 45-year-old Sikh and a school bus driver in Maryland, USA, reported how colleagues, supervisors and students taunted and harassed him for 13 years because of his turban and a long beard. According to the complaint filed by Savinder Singh, children and co-workers alike threw words at him like terrorist, Al-Qaeda and Taliban. As reported by him,
One former colleague once asked him, how did they let you back in the country Osama bin Laden was killed? Even the students he picked up often joked about him kidnapping them, killing them, and blowing the bus up, according to his complaint. Now, the Montgomery County Public Schools District has agreed to work with Mr. Singh and New York-based civil rights advocacy organization Sikh Coalition to create training programs fostering safer and more inclusive workplace environments for Sikhs and other minorities. Legal director of Sikh Coalition, Amrit Kaur, said he was targeted for being brown, for having a turban and beard and identifiable articles of faith. The work environment was so hostile for him that even when he complained, formally or informally, and notified the school, they only addressed the individual act. So Savinder Singh kept dealing with daily harassment even as the perpetrator would change. In 2016, Singh filed a claim of religious and racial discrimination against the school district with the Maryland Commission on Civil Rights and the Federal Equal Employment Opportunity Commission, noting 21 separate incidents he says he formally reported to school officials in a 5-year period. On Tuesday, attorneys for the district and officials from the Sikh Coalition and Public Justice who worked together to represent Sikhs announced a settlement agreement. Mr. Singh said he hopes the settlement will make the school district more welcoming to religious minorities. ਹਾਂਜੀ, ਸੋ ਆਪਾਂ ਇਹ ਬਿਲਕੁਲ ਜਿਹੜੀ ਸਟੋਰੀ ਹੈ ਉਹ ਆਪਾਂ ਬਿਲਕੁਲ ਸੁਣੀ ਆ। ਸੋ ਇਹਦੇ ਵਿੱਚ ਹੁਣ ਕੀ ਕੀਤਾ ਗਿਆ ਹੈ ਕਿ ਸਿੱਖ ਕੋਲੀਸ਼ਨ ਦੇ ਨਾਲ ਮਿਲ ਕੇ Now, the Montgomery County Public School District has agreed to work with Singh and the Sikh Coalition to create training programs fostering safer and more inclusive workplace environments for Sikhs and other minorities. ਸੋ ਜਦੋਂ 9/11 ਜਿਹੜਾ ਹੋਇਆ ਸੀਗਾ ਅਟੈਕ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ ਹੀ ਇਹ ਜਿਹੜੀਆਂ ਐਸੀਆਂ ਘਟਨਾਵਾਂ ਜਿਹੜੀਆਂ ਜ਼ਿਆਦਾ ਜ਼ੋਰ ਫੜ ਗਈਆਂ ਸੀਗੀਆਂ, ਕਿਉਂਕਿ ਉਸ ਵੇਲੇ ਤਾਂ ਬਿਲਕੁਲ ਜਿਹੜਾ ਸਿੱਖਾਂ ਨੂੰ ਟਾਰਗੇਟ ਵੀ ਕੀਤਾ ਗਿਆ ਸੀਗਾ ਉਸ ਵੇਲੇ USA ਦੇ ਵਿੱਚ, ਅਮਰੀਕਾ ਦੇ ਵਿੱਚ। ਇਕੱਲੇ ਅਮਰੀਕਾ ਦੇ ਵਿੱਚ ਹੀ ਨਹੀਂ, ਹੋਰ ਜਿਹੜੀਆਂ ਕੰਟਰੀਆਂ ਸੀਗੀਆਂ ਉਹਨਾਂ ਦੇ ਵਿੱਚ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਕਿ ਸ਼ਾਇਦ ਇਹ ਮੁਸਲਿਮ ਨੇ ਜਾਂ ਉਸਾਮਾ ਬਿਨ ਲਾਦਨ ਕਹਿ ਕੇ ਜਾਂ ਤਾਲਿਬਾਨ ਕਹਿ ਕੇ ਜਾਂ ਇਸ ਤਰ੍ਹਾਂ ਦੇ ਜੇ ਲਫ਼ਜ਼ ਉਸ ਵੇਲੇ ਕਹੇ ਜਾਂਦੇ ਸਨ। ਸੋ ਇੱਕ ਬਹੁਤ ਹੀ ਚੰਗੀ ਗੱਲ ਆ, ਕਿਉਂਕਿ ਇਸ ਵੇਲੇ ਜਿਹੜੇ ਤਕਰੀਬਨ 5 ਲੱਖ ਸਿੱਖ ਜਿਹੜੇ ਆ ਉਹ USA ਦੇ ਵਿੱਚ ਜਿਹੜੇ ਉਹ ਬਿਲਕੁਲ ਰਹਿ ਰਹੇ ਆ, ਅਤੇ ਉਹ ਇਹ ਸਾਰੀ ਇਹ ਚਾਹੁੰਦੇ ਆ ਕਿ ਜਿਹੜਾ ਇਹ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੁੰਦਾ ਆ। ਪਿੱਛੇ ਜਿਹੇ ਵੀ ਆਪਾਂ ਇੱਕ ਵੀਡੀਓ ਦੇਖੀ ਸੀ ਕਿ ਇੱਕ ਬਜ਼ੁਰਗ ਦੀ ਕੁੱਟਮਾਰ ਜਿਹੜੀ ਕੀਤੀ ਸੀਗੀ। ਐਸੀਆਂ ਘਟਨਾਵਾਂ ਜਿਹੜੀਆਂ ਅਮਰੀਕਾ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ। ਸੋ ਇੱਕ ਬਹੁਤ ਵਧੀਆ ਸਿੱਖ ਕੋਲੀਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਮਿਲ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਿ ਅਵੇਅਰਨੈਸ ਦਿੱਤੀ ਜਾਵੇ ਔਰ ਸਿੱਖ ਧਰਮ ਤੋਂ ਜਿਹੜਾ ਉਹ ਜਾਣੂ ਕਰਵਾਇਆ ਜਾਵੇ। ਸੋ ਤੁਹਾਡੇ ਕੀ ਵਿਚਾਰ ਹੁੰਦੇ ਨੇ? ਤੁਸੀਂ ਸਾਨੂੰ ਲਾਈਵ ਪ੍ਰੋਗਰਾਮ ਹੋ ਰਿਹਾ ਕਾਲ ਵੀ ਕਰ ਸਕਦੇ ਹੋ। ਤੁਸੀਂ ਇਹਦੇ ਬਾਰੇ ਸਾਨੂੰ ਜ਼ਰੂਰ ਦੱਸ ਵੀ ਸਕਦੇ ਹੋ ਕਿ ਇੱਕ ਸਿੱਖ ਚੈਨਲ ਇਹੋ ਜਿਹੇ ਮੁੱਦੇ ਤੁਹਾਡੇ ਸਾਹਮਣੇ ਲਿਆਉਂਦਾ ਵਾ ਕਿ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਆਲ ਵਰਲਡ ਦੇ ਵਿੱਚ, ਵੈਸੇ ਤਾਂ ਸਿੱਖ ਦੀ ਇੱਕ ਵੱਖਰੀ ਪਹਿਚਾਣ ਹੈ, ਲੇਕਿਨ ਸਿਮਿਲਰ ਜਿਹਾ ਕਿਉਂਕਿ ਪਹਿਰਾਵਾ ਹੋਣ ਕਰਕੇ ਜਿਹੜਾ ਥੋੜ੍ਹਾ ਬਹੁਤਾ ਫਰਕ ਆ ਉਹ ਫਰਕ ਕਈ ਵਾਰੀ ਨਹੀਂ ਸਮਝਿਆ ਜਾਂਦਾ, ਅਤੇ ਉਹਨੂੰ ਜਿਹੜਾ ਲਫ਼ਜ਼ ਇਹੋ ਜਿਹਾ ਯੂਜ਼ ਕੀਤੇ ਜਾਂਦੇ ਨੇ ਕਿ ਇਹ ਵੀ ਮੁਸਲਿਮ ਹੀ ਨੇ। ਪਰ ਸਿੱਖ ਧਰਮ ਇੱਕ ਨਿਵੇਕਲਾ ਯੂਨੀਕ ਜਿਹੜਾ ਧਰਮ ਹੈਗਾ ਦੁਨੀਆ 'ਤੇ, ਸੰਸਾਰ 'ਤੇ। ਸੋ ਆਪਾਂ ਇਹ ਗੱਲ ਕਰਨ ਜਾ ਰਹੇ ਹਾਂ। ਸੋ ਤੁਸੀਂ ਇਸ ਬਾਰੇ ਜ਼ਰੂਰ ਆਪਣੀ ਜਿਹੜੀ ਤੁਹਾਡੀ ਰਾਏ ਹੈ, ਤੁਸੀਂ ਕੀ ਸਿੱਖ ਚੈਨਲ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਇਸ ਬਾਰੇ ਤੁਸੀਂ ਜ਼ਰੂਰ ਸਾਨੂੰ ਕਾਲ ਜਿਹੜੀ ਕਰਿਓ ਜੀ। ਸੋ ਆਓ ਅੱਜ ਦਾ ਜਿਹੜਾ ਦੂਸਰਾ ਮੁੱਦਾ ਆਪਾਂ ਉਹਦੇ ਵੱਲ ਚੱਲਦੇ ਹਾਂ ਜੀ, ਕਿ ਦੂਸਰਾ ਮੁੱਦਾ ਕੀ ਹੈ। ਉਹ ਹੈ ਜੀ ਨਾਵਲ ਬੁੱਕ ਰੈਨੇਗੇਡ ਆਰਟਸ ਐਂਟਰਟੇਨਮੈਂਟਸ ਜਿਹੜੀ ਹੈਗੀ ਕੰਪਨੀ, ਉਹਦੇ ਵੱਲੋਂ ਇੱਕ ਜਿਹੜਾ ਇਹ ਨਾਵਲ ਆ ਇਹਦੇ ਵਿੱਚ ਕੀ ਕਹਾਣੀ ਦਿੱਤੀ ਗਈ ਆ ਕਿ ਜਿਹੜੇ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਜਾਂ ਕਿ ਵਰਲਡ ਵਾਰ ਦੇ ਵਿੱਚ ਵੀ ਜਿਹੜੇ ਸਿੱਖ ਲੜੇ ਨੇ,
ਇੱਕ ਟਾਈਮ ਸੀਗਾ ਜਦੋਂ ਕਿ 1914 ਦੇ ਵਿੱਚ ਕੈਨੇਡਾ ਦੇ ਅੰਦਰ ਜਿਹੜਾ ਕਾਮਾਗਾਟਾ ਮਾਰੂ ਇੱਕ ਜਹਾਜ਼ ਜਿਹਦੇ ਵਿੱਚ 376 ਜਿਹੜੇ ਪੈਸੇਂਜਰ ਉਦੋਂ ਸੀਗੇ ਉਹਦੇ ਵਿੱਚ, ਤੇ ਉਹ ਇਹ ਕਹਿ ਕੇ ਮੋੜ ਦਿੱਤਾ ਗਿਆ ਸੀਗਾ ਕਿ ਇੱਥੇ ਕੇਵਲ ਜਿਹੜੇ ਵਾਈਟ ਹੈਗੇ ਨੇ ਉਹੀ ਰਹਿ ਸਕਦੇ ਨੇ, ਇਹ ਦੂਸਰੇ ਇਹ ਜਿਹੜੇ ਉਹ ਬਿਲਕੁਲ ਇੱਥੇ ਨਹੀਂ ਰਹਿ ਸਕਦੇ। ਪਰ ਉਸ ਤੋਂ ਬਾਅਦ ਜਦੋਂ ਕਿ ਆਪਾਂ ਦੇਖਾਂਗੇ ਕਾਮਨਵੈਲਥ ਜਿਹੜਾ ਉਹਦਾ ਬਿਲਕੁਲ ਹਿੱਸਾ ਸਨ, ਤੇ ਉਦੋਂ ਬਾਅਦ ਜਦੋਂ ਫਿਰ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਸਿੱਖ ਆਏ ਨੇ, ਉਹਨਾਂ ਨੇ ਵਰਲਡ ਵਾਰ ਦੇ ਵਿੱਚ ਵੀ ਜਿਹੜੇ ਬਿਲਕੁਲ ਉਹ ਲੜੇ ਨੇ, ਤੇ ਫਿਰ ਹੁਣ ਸਿੱਖਾਂ ਨੂੰ ਬਿਲਕੁਲ ਸਰਾਹਿਆ ਜਾ ਰਿਹਾ ਹੈ। ਤੇ ਉਦੋਂ ਦਾ ਜਿਹੜਾ ਕਦਮ ਸੀਗਾ ਇੱਕ ਕੈਨੇਡਾ ਗਵਰਨਮੈਂਟ ਦਾ, ਉਹ ਜਿਹੜਾ ਉਦੋਂ ਸਹੀ ਨਹੀਂ ਸੀਗਾ, ਉਦੋਂ ਸਟੈਪ ਜਿਹੜਾ ਉਹਨੇ ਕਦਮ ਲਿਆ। ਸੋ ਆਓ ਆਪਾਂ ਇੱਕ ਇਹਦੇ ਬਾਰੇ ਵੀ ਇੱਕ ਜਿਹੜਾ ਪੈਕੇਜ ਆਪਾਂ ਵੇਖਦੇ ਹਾਂ ਕਿ ਕੀ ਹੈ ਸਾਰੀ ਕਹਾਣੀ, ਕੀ ਹੈ ਸਾਰੀ ਸਟੋਰੀ। ਉਸ ਤੋਂ ਬਾਅਦ ਤੁਸੀਂ ਜ਼ਰੂਰ ਇਸ 'ਤੇ ਵਿਚਾਰ ਕਰਿਓ, ਤੇ ਤੁਸੀਂ ਜ਼ਰੂਰ ਕਾਲ ਵੀ ਕਰ ਸਕਦੇ ਹੋ ਇਹਨਾਂ ਮੁੱਦਿਆਂ ਦੇ ਬਾਰੇ, ਕੋਈ ਤੁਸੀਂ ਕਹਿਣਾ ਹੋਵੇ, ਦੱਸਣਾ ਹੋਵੇ, ਦੱਸ ਸਕਦੇ ਹੋ। ਆਓ ਆਪਾਂ ਇੱਕ ਪੈਕੇਜ ਤੁਹਾਡੇ ਸਾਹਮਣੇ ਦੇਖੀਏ ਜੀ। A new graphic novel, Duty, Honor and Izzat, from Golden Fields to Crimson Punjab's Brothers in Arms in Flanders, from Canada-based Renegade Arts Entertainment, sets out to explore the history, British Indian Army and Sikhs in the First World War and their relationship with the Canadian forces fighting on the front lines together. The novel not only looks at those connections but also reflects upon and explores Canada's and the Commonwealth's attitudes towards Sikhs since the beginning of the 20th century. In July 1914, the Canadian government used a warship to help force a ship carrying mostly Sikhs away from Vancouver's harbour. The SS Komagata Maru ship had brought 370 Sikhs would-be immigrants to Canada from the Punjab region of India, but once they had reached Vancouver, all but 24 were refused entry because of the government's exclusion laws. Former Prime Minister Wilfrid Laurier rose in the House of Commons to state that Canadians wanted a white country and that citizens of India, despite being members of the British Commonwealth, did not deserve to enter Canada. Yet, hard facts show that shortly after the Canadian government used its racist policies to force the SS Komagata Maru and its passengers to leave Canada, India was the first of Britain's dominions to reach the battlefields of France and Belgium at the start of the First World War. With two Punjabi divisions, largely comprised of Sikhs, in the lead, the Indian Expeditionary Forces was there in time to stop the German Imperial Army from overrunning the British Expeditionary Forces. Without the Sikhs, the all-important port of Calais would have fallen during the First Battle of Ypres, which ended on November 22, 1914, and the British Expeditionary Force would have been cut off from Britain. If Britain troops had been cut off from the port, the war would have likely ended then in Germany's favor. But a new book, the new graphic novel from Canada-based Renegade Arts Entertainment, explores the history of the Indian Expeditionary Forces, particularly its Sikh soldiers, and how two of Britain's dominions came to share a close bond during the First World War that would carry forward to the Second World War. ਸੋ ਆਪਾਂ ਵੇਖਿਆ ਬਿਲਕੁਲ ਇਹ ਸਟੋਰੀ ਜਿਹੜੀ ਸੁਣੀ ਆ, ਤੇ ਆਪਾਂ ਨੂੰ ਬਿਲਕੁਲ ਗੱਲ ਸਮਝ ਆ ਗਈ ਹੋਏਗੀ। ਤੇ ਪਿਕਚਰ ਵੀ ਦੇ ਵਿੱਚ ਇੱਕ ਇਹ ਜਿਹੜੀ ਪੈਕੇਜ ਤੁਹਾਡੇ ਸਾਹਮਣੇ ਅਸੀਂ ਸ਼ੋਅ ਕੀਤਾ, ਇਹ ਆਪਣੀ ਸਟੋਰੀ ਆਪ ਦੱਸ ਗਿਆ ਹੈ ਪੈਕੇਜ ਇਹਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਪਹਿਲਾਂ ਸਿੱਖਾਂ ਨੂੰ ਰਿਫਿਊਜ਼ ਕੀਤਾ ਗਿਆ ਸੀਗਾ, ਔਰ ਕੈਨੇਡਾ ਦੀ ਗਵਰਨਮੈਂਟ ਦੇ ਵਿੱਚ ਵੀ ਜਿਹੜਾ ਸੀਗਾ ਉਹਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਵਾਈਟ ਓਨਲੀ ਸਾਨੂੰ ਕੈਨੇਡਾ ਦੇ ਵਿੱਚ ਚਾਹੀਦੇ ਨੇ, ਤੇ ਇਹ ਜਿਹੜੇ ਇੰਡੀਅਨ ਜਾਂ ਇਸ ਤਰ੍ਹਾਂ ਦੇ ਇਹ ਸਾਨੂੰ ਨਹੀਂ ਚਾਹੀਦੇ। ਲੇਕਿਨ ਉਸ ਤੋਂ ਬਾਅਦ ਦੀ ਸਟੋਰੀ ਜਿਹੜੀ ਬਿਲਕੁਲ ਡਿਫਰੈਂਟ ਹੋ ਗਈ, ਤੇ ਆਪਾਂ ਬਾਅਦ ਦੇ ਵਿੱਚ ਵੀ ਇਸ ਪਿਕਚਰ ਆਪਾਂ ਨੂੰ ਇੱਕ ਸ਼ੋਅ ਕੀਤੀ ਗਈ ਹੈ ਜਿਹਦੇ ਵਿੱਚ ਫਸਟ ਵਰਲਡ ਵਾਰ ਦੇ ਵਿੱਚ ਜਦੋਂ ਸਿੱਖ ਲੜੇ ਨੇ
ਤੇ ਬੜੀ ਬਹਾਦਰੀ ਦੇ ਨਾਲ ਲੜੇ ਨੇ। ਔਰ ਇੱਕ ਗੱਲ ਬੜੀ ਇਹਦੇ ਵਿੱਚ ਹੈ ਜਿਹੜੀ ਕਿ ਉਹ ਲਿਖਿਆ ਹੋਇਆ, ਕਹਿੰਦਾ ਕਿ ਇਫ ਬ੍ਰਿਟਿਸ਼ ਟਰੂਪਸ had been cut off from the port, the war would have likely ended then in Germany's favor। ਉਦੋਂ ਫਿਰ ਜਰਮਨੀ ਜਿਹੜਾ ਜਿੱਤ ਸਕਦਾ ਸੀਗਾ। ਤੇ ਜਿਹੜੀਆਂ ਫਰਾਂਸ ਦੇ ਵਿੱਚ, ਬੈਲਜੀਅਮ ਦੇ ਵਿੱਚ ਉਸ ਵੇਲੇ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਕੁਰਬਾਨੀਆਂ ਦਿੱਤੀਆਂ ਨੇ, ਸੋ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਨੇ। ਭਾਵੇਂ ਹੁਣ ਉੱਥੇ ਸਟੈਚੂ ਵੀ ਲਗਾਏ ਜਾ ਰਹੇ ਨੇ ਔਰ ਸਿੱਖਾਂ ਨੂੰ ਯਾਦ ਕੀਤਾ ਜਾ ਰਿਹਾ ਕਿ ਇੰਨੇ ਬਰੇਵ ਨੇ ਸਿੱਖ, ਇੰਨੇ ਬਹਾਦਰ, ਇਹ ਕੌਮ ਇੰਨੀ ਬਹਾਦਰ ਹੈ ਕਿ ਜਿਹੜੇ ਬਿਲਕੁਲ ਲੜੇ ਹੋਏ ਔਰ ਕਾਮਯਾਬੀ ਜਿਹੜੀ ਉਹ ਬਿਲਕੁਲ ਮਿਲੀ ਆ। ਸੋ ਇਹ ਜਿਹੜੀ ਸਟੋਰੀ ਆ, ਤੁਸੀਂ ਵੇਖਿਆ ਕਿ ਸਟੋਰੀ ਨੇ ਆਪਣਾ ਰੂਪ, ਆਪਣਾ ਰੰਗ, ਸਾਰਾ ਕੁਝ ਹੀ ਤੁਹਾਡੇ ਸਾਹਮਣੇ ਬਿਆਨ ਕਰਤਾ ਜੋ ਅਸੀਂ ਤੁਹਾਨੂੰ ਸ਼ੋਅ ਕੀਤਾ ਹੈ। ਸੋ ਤੁਸੀਂ ਫਿਰ ਵੀ ਤੁਸੀਂ ਕਾਲ ਜਿਹੜੀ ਸਾਨੂੰ ਜ਼ਰੂਰ ਕਰ ਸਕਦੇ ਆ ਅਤੇ ਇਹਦੇ ਬਾਰੇ ਤੁਸੀਂ ਵਿਚਾਰ ਕਰ ਸਕਦੇ ਆ। ਅਹਿਮ ਜਿਹੜੇ ਮੁੱਦੇ ਨੇ, ਇਹ ਜਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ, ਸਿੱਖ ਚੈਨਲ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਤਾਂ ਮੈਂ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਕਿ ਅਗਲੀ ਜਿਹੜੀ ਸਾਡੇ ਕੋਲ ਸਟੋਰੀ ਹੈ ਜੀ, ਸਿੱਖ ਮੇਅਰ ਤੇਲੰਗਾਨਾ ਦੇ ਵਿੱਚ ਇੱਕ ਜਿਹੜਾ ਸਿੱਖ ਮੇਅਰ ਉੱਥੇ ਬਣਿਆ ਹੈ, ਜਿਸ ਦਾ ਨਾਮ ਹੈ ਜੀ ਰਵਿੰਦਰ ਸਿੰਘ। ਸੋ ਆਪਾਂ ਵੇਖ ਰਹੇ ਹਾਂ ਸਕਰੀਨ ਦੇ ਉੱਤੇ ਉਹਦੀ ਪਿਕਚਰ, ਜਿਹੜੀ ਉਹਦੀ ਜਿਹੜੀ ਫੋਟੋ ਆਪਾਂ ਵੇਖ ਰਹੇ ਹਾਂ, ਤਾਂ ਔਰ ਬਿਲਕੁਲ ਸਿੱਖੀ ਸਰੂਪ ਦੇ ਵਿੱਚ ਹੈ। ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਜਿਹੜਾ ਰਵਿੰਦਰ ਸਿੰਘ ਆ, ਇਹ ਬੋਰਨ ਐਂਡ ਬਰੌਟ ਅਪ ਇਨ ਆਂਧਰਾ ਪ੍ਰਦੇਸ਼, ਉੱਥੇ ਹੀ ਜੰਮਿਆ ਅਤੇ ਉੱਥੇ ਹੀ ਪਲਿਆ ਵਾ। ਆਂਧਰਾ ਪ੍ਰਦੇਸ਼ ਦੇ ਵਿੱਚ, ਇਹ ਪੰਜਾਬ ਦੇ ਵਿੱਚ ਨਹੀਂ ਜੰਮਿਆ ਅਤੇ ਪੰਜਾਬ ਦੇ ਵਿੱਚ ਨਹੀਂ ਪਲਿਆ, ਲੇਕਿਨ ਇੱਕ ਆਂਧਰਾ ਪ੍ਰਦੇਸ਼ ਜੋ ਸਟੇਟ ਹੈ ਇੰਡੀਆ ਦਾ, ਉੱਥੇ ਇਹ ਜਨਮ ਲੈ ਕੇ ਅਤੇ ਉੱਥੇ ਹੀ ਇਹ ਪੜ੍ਹਿਆ, ਉੱਥੇ ਹੀ ਇਹ ਪਲਿਆ ਵਾ। ਅਤੇ ਇਹਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕਿ ਗੁਰੂ ਸਾਹਿਬ ਜੀ ਦੇ ਵੱਲੋਂ ਇੱਕ ਰਹਿਤ ਮਰਿਆਦਾ ਚਲਾਈ ਗਈ ਹੈ, ਉਹ ਬਿਲਕੁਲ ਉਹਨੂੰ ਫਾਲੋ ਕਰ ਰਿਹਾ। ਜਦੋਂ ਗੁਰੂ ਸਾਹਿਬ ਜੀ ਦੇ ਵੱਲੋਂ ਇੱਕ ਸਾਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ, ਉਹ ਕਿਹੜਾ ਉਪਦੇਸ਼ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਕਤੀ ਹੈ, ਸ਼ਬਦ ਭਾਵੇਂ ਕਬੀਰ ਸਾਹਿਬ ਜੀ ਦਾ, ਪਰ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਤੇ ਇਹਨੇ ਇੱਕ ਚੀਜ਼ ਵੱਡੀ ਫਾਲੋ ਕੀਤੀ ਕਿ ਮਾਨਸ ਕੀ ਜਾਤ ਸਭ ਏਕ ਹੀ ਪਹਿਚਾਨ ਬੋ। ਇਸ ਗੱਲ ਨੂੰ ਫਾਲੋ ਕਰਦਾ ਹੋਇਆ ਇਹ ਜਿਹੜਾ ਇਸ ਵੇਲੇ ਰਵਿੰਦਰ ਸਿੰਘ ਜੀ ਜਿਹਨੂੰ ਆਪਾਂ ਵੇਖ ਰਹੇ ਹਾਂ, ਅਤੇ ਇਹ ਮੇਅਰ ਬਣਨ ਤੋਂ ਬਾਅਦ ਇਹਨੇ ਕੀ ਕੀਤਾ ਵਾ, ਇਹਨੇ ਇੱਕ ਬਹੁਤ ਵੱਡੀ ਅਚੀਵਮੈਂਟ ਜਿਹੜੀ ਉਹ ਲਈ ਹੈ। ਕਿਹੜੀ ਹੈ ਕਿ ਇਹ ਜਿਹੜੇ ਉੱਥੇ ਗਰੀਬ ਲੋਕ ਨੇ, ਉਹਨਾਂ ਦੇ ਵਾਸਤੇ ਜਿਹੜਾ ਉਹਨਾਂ ਦਾ ਕ੍ਰੀਮੇਸ਼ਨ ਹੋਣਾ, ਉਹਨਾਂ ਦਾ ਸੰਸਕਾਰ ਜਿਹੜਾ ਹੋਣਾ ਵਾ, ਉਹ ਸਿਰਫ 1 ਰੁਪਈਏ ਦੇ ਵਿੱਚ। ਕਿਆ ਬਾਤ ਹੈ ਇਸ ਸਿੱਖ ਮੇਅਰ ਦੀ। 1 ਰੁਪਈਏ ਦੇ ਵਿੱਚ ਜਿਹੜਾ ਉਹ ਸੰਸਕਾਰ ਕੀਤਾ ਜਾਏਗਾ। ਕਿਉਂਕਿ ਹੁਣ ਆਪਾਂ ਵੇਖੀਏ ਕਿ ਕਈਆਂ ਦੇ ਕੋਲ ਕੋਈ ਪੈਸਾ ਹੁੰਦਾ ਵਾ, ਕਈਆਂ ਦੇ ਕੋਲ ਨਹੀਂ ਪੈਸੇ ਹੁੰਦੇ, ਅਤੇ ਜਾਂ ਬੜਾ ਖਰਚਾ ਆ ਜਾਂਦਾ ਵਾ ਅਤੇ ਬੜਾ ਮੁਸ਼ਕਿਲ ਹੋ ਜਾਂਦਾ ਵਾ, ਬੜੇ ਖਰਚੇ ਨੇ। ਸੋ ਆਓ ਆਪਾਂ ਪਹਿਲਾਂ ਇੱਕ ਜਿਹੜਾ ਕਲਿੱਪ ਆ ਤੁਹਾਡੇ ਨਾਲ ਅਸੀਂ ਉਹ ਜ਼ਰੂਰ ਸਾਂਝਾ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਇਸ ਬਾਰੇ ਜਿਹੜੀ ਅਗਲੀ ਗੱਲਬਾਤ ਆ ਉਹ ਆਪਾਂ ਫੇਰ ਕਰਾਂਗੇ। ਆਓ ਰਵਿੰਦਰ ਸਿੰਘ ਬਾਰੇ ਜੋ ਤੇਲੰਗਾਨਾ ਦੇ ਵਿੱਚ ਮੇਅਰ ਬਣਿਆ ਹੈ ਉਹਦੇ ਬਾਰੇ ਇੱਕ ਰਿਪੋਰਟ, ਇੱਕ ਆਪਾਂ ਕਲਿੱਪ ਜਿਹੜਾ ਵੇਖੀਏ। Ravinder Singh, born and brought up in Andhra Pradesh, chose to join the Telangana Rashtra Samiti to find avenues to follow the Rehat Maryada as preached by the Gurus, and has risen to the position of Mayor of Karimnagar town in Telangana. His mission is to serve people in line with the teachings of the Gurus. Ravinder Singh has come up with a scheme to facilitate cremation for the poor at a mere ₹1, which according to him will help the poor and those from the middle class families to bid adieu to their loved ones with respect and dignity. The Karimnagar Municipal Corporation will extend full assistance without asking any questions. Citing Guru Gobind Singh's Shabad, Manas ki jaat sabbe eke pehchano, to recognize all of mankind as a single caste of humanity, Ravinder Singh says for those who bury their dead, the KMC will help perform the last rites as per their rituals. Ravinder Singh has been donating money from his pocket for the funeral of the poor for the past 10 years.
Ravinder Singh has used his position in the KMC to earmark a budget of rupees 1 crore for the scheme named Antim Yatra or Aakhri Safar, which will formally be launched on June 15th, 2019. ਸੋ ਆਪਾਂ ਵੇਖਿਆ ਇੱਕ ਪੈਕੇਜ ਜਿਹੜਾ ਹੈਗਾ ਪੈਕੇਜ ਹੀ ਆਪਣੀ ਸਟੋਰੀ ਆਪ ਹੀ ਦੱਸ ਦਿੰਦਾ ਹੈ। ਸੋ ਇਹਦੇ ਵਿੱਚ ਇਹਨੇ ਇੱਕ ਬਹੁਤ ਹੀ ਵਧੀਆ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਹੋਇਆਂ ਇੱਕ ਭਾਰਤ ਤੋਂ ਇੰਡੀਆ ਦੇ ਤੋਂ ਇੱਕ ਬਹੁਤ ਵਧੀਆ ਖਬਰ ਜਿਹੜੀ ਆ ਆਪਣੇ ਸਿੱਖਾਂ ਵਾਸਤੇ ਆਈ ਆ, ਕਿਉਂਕਿ ਇੰਡੀਆ ਕਾਫੀ ਵੱਡਾ ਹੈ, ਇਹ ਆਂਧਰਾ ਪ੍ਰਦੇਸ਼ ਇੱਧਰਲੇ ਪਾਸੇ ਆ, ਲੇਕਿਨ ਦੂਸਰੇ ਪਾਸੇ ਕਸ਼ਮੀਰ ਦੇ ਵਿੱਚ ਕੀ ਹੋਇਆ ਅਸੀਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਇਹ ਜਿਹੜੀ ਪੋਜ਼ੀਟਿਵ ਨਿਊਜ਼ ਹੈ, ਖਬਰ ਆ ਸਾਨੂੰ ਇਹ ਮਿਲੀ ਹੈ ਕਿ ਇੱਕ ਦੇਖੋ ਆਂਧਰਾ ਪ੍ਰਦੇਸ਼ ਦੇ ਵਿੱਚ ਜੰਮਪਲ ਉੱਥੇ ਦਾ ਹੋ ਕੇ ਔਰ ਉਹਨੇ ਬਿਲਕੁਲ ਪੜ੍ਹਾਈ ਕਰਕੇ ਔਰ ਮੈਰਿਟ ਜਿਹੜੀ ਲੈ ਕੇ ਅਤੇ ਉਹਦੇ ਵਿੱਚ ਫਿਰ ਇਹ ਉੱਥੇ ਦਾ ਮੇਅਰ ਜਿਹੜਾ ਕਰੀਮ ਨਗਰ ਜਿਹੜਾ ਉੱਥੇ ਦਾ ਇਹ ਮੇਅਰ ਚੁਣਿਆ ਗਿਆ ਹੈ। ਸੋ ਇਹਨੇ ਜਿਹੜਾ ਇਹ ਸ਼ੁਰੂ ਕੀਤਾ ਬਜਟ ਜਿਹੜਾ ਹੈਗਾ ਉਹਦੇ ਵਿੱਚ ਇਹਨੇ 1 ਕਰੋੜ ਅਤੇ 1.1 ਕਰੋੜ ਜਿਹੜਾ ਇਸ ਪਰਪਜ਼ ਵਾਸਤੇ ਇਸ ਸਕੀਮ ਦੇ ਵਾਸਤੇ ਇਹਨੇ ਜਿਹੜਾ ਉੱਥੋਂ ਦੀ ਇਹ ਜਿਹੜੀ ਗਵਰਨਮੈਂਟ ਹੈ ਉਹਦੇ ਕੋਲੋਂ ਇਹ ਜਿਹੜਾ ਫੰਡ ਜਾਂ ਪੈਸਾ ਉਹਦੇ ਖਰਚਣ ਵਾਸਤੇ ਇਹਨੇ ਉਹ ਪਾਸ ਕਰਵਾਇਆ ਹੈ। ਅਤੇ ਇਹਦਾ ਪਰਪਜ਼ ਕੀ ਹੈ ਜਿਹੜਾ ਇਹ ਸਕੀਮ ਜਿਹੜੀ ਹੈ ਇਹਦਾ ਨਾਂ ਉਹਨੇ ਕੀ ਲਿਖਿਆ ਕਿ ਅੰਤਮ ਯਾਤਰਾ ਜਾਂ ਇਹਨੇ ਲਿਖਿਆ ਕਿ ਆਖਰੀ ਸਫ਼ਰ ਜਿਹੜਾ ਫਾਈਨਲ ਪ੍ਰੋਜੈਕਸ਼ਨ ਇਹਨੇ ਉਹ ਇਹਦਾ ਨਾਂ ਰੱਖਿਆ ਹੈ। ਸੋ ਇਹਦੇ ਬਾਰੇ ਵੀ ਕੀ ਵਿਚਾਰ ਨੇ ਤੁਸੀਂ ਜ਼ਰੂਰ ਸਾਨੂੰ ਕਾਲਾਂ ਕਰਿਓ ਕਿ ਇਹ ਆਂਧਰਾ ਪ੍ਰਦੇਸ਼ ਦੀ ਧਰਤੀ 'ਤੇ ਜਨਮ ਲੈ ਕੇ ਪਲ ਕੇ ਉੱਥੇ ਭਾਵੇਂ ਇਹਨੂੰ ਪੰਜਾਬ ਦਾ ਪਾਣੀ ਪੀਣਾ ਨਹੀਂ ਨਸੀਬ ਹੋਇਆ, ਲੇਕਿਨ ਹਾਂ ਉਸ ਤਰ੍ਹਾਂ ਪੰਜਾਬ ਜ਼ਰੂਰ ਆਇਆ ਹੋਏਗਾ, ਪੰਜਾਬ ਇਹਨੇ ਵਿਜ਼ਿਟ ਕੀਤੀ ਹੋਏਗੀ, ਲੇਕਿਨ ਜੰਮਪਲ ਨਹੀਂ ਪੰਜਾਬ ਦਾ, ਆਂਧਰਾ ਪ੍ਰਦੇਸ਼ ਵਿੱਚ ਇਹਨੇ ਜਨਮ ਲੈ ਕੇ ਇਹਨੇ ਜਿਹੜਾ ਹੈਗਾ ਕਿ ਜਿਹੜਾ ਗੁਰੂਆਂ ਦਾ ਉਪਦੇਸ਼ ਹੈ ਉਹ ਇਹਨੇ ਫਾਲੋ ਕੀਤਾ। ਅਤੇ ਉਹਦੇ ਵਿੱਚ ਇਹਨੇ ਲਿਖਿਆ ਕਿ ਜਿਹੜਾ 1 ਰੁਪਈਆ ਕ੍ਰੀਮੇਟਨ ਜਿਹੜੀ ਹੋਣੀ ਆ ਬੋਡੀ ਦੀ, ਅਤੇ ਉਹਦੇ ਵਿੱਚ 1 ਰੁਪਈਏ ਦੇ ਵਿੱਚ ਕੀ ਹੋਣਾ, ਕਹਿੰਦਾ ਦਿਸ ਇਨਕਲੂਡਸ ਪ੍ਰੋਵਾਈਡਿੰਗ ਫਲਾਵਰਸ, ਗਾਰਲੈਂਡਸ, ਫਾਇਰਵੁੱਡ, ਸੰਦਲਵੁੱਡ ਪੀਸਸ, ਘੀ ਅਤੇ ਕੈਰੋਸੀਨ ਜਿਹੜਾ ਮਿੱਟੀ ਦਾ ਤੇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਕਲੋਥਿੰਗ ਜਿਹੜਾ ਆਪਾਂ ਜਿਸ ਨੂੰ ਕਫਨ ਵਗੈਰਾ ਜਾਂ ਕੋਈ ਹੋਰ ਕੱਪੜਾ ਚਾਹੀਦਾ ਹੈਗਾ ਫਾਰ ਦਾ ਪਰਸਨ ਪਰਫੋਰਮਿੰਗ ਦਾ ਫਿਊਨਰਲ। ਸੋ ਫਿਊਨਰਲ ਵਾਸਤੇ ਇਹ ਜਿਹੜੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਫਲਾਵਰ ਵੀ ਦਿੱਤੇ ਜਾਣਗੇ ਜੋ ਆਪਾਂ ਕਈ ਵਾਰੀ ਸ਼ਰਧਾ ਦੇ ਵਾਸਤੇ ਉਹਦੇ 'ਤੇ ਬੋਡੀ ਦੇ ਉੱਤੇ ਆਪਾਂ ਰੱਖਦੇ ਹਾਂ, ਅਤੇ ਉਹਦੇ ਵਿੱਚ ਹੋਰ ਜਿਹੜੀਆਂ ਲੱਕੜ ਜਿਹੜੀ ਦਿੱਤੀ ਜਾਏਗੀ ਉਹਦਾ ਕ੍ਰੀਮੇਸ਼ਨ ਕਰਨ ਵਾਸਤੇ, ਉਹਦੇ 'ਤੇ ਪਾਈ ਦਾ ਘੇ ਪਾਉਂਦੇ ਹੁੰਦੇ ਆ, ਉਹ ਘਿਓ ਵੀ ਜਿਹੜਾ ਉਹ ਵੀ ਦਿੱਤਾ ਜਾਏਗਾ, ਤੇਲ ਵਗੈਰਾ ਵੀ ਦਿੱਤਾ ਜਾਏਗਾ, ਅਤੇ ਜਿਹੜਾ ਕਫਨ ਆ ਉਹ ਵੀ ਦਿੱਤਾ ਜਾਏਗਾ, ਅਤੇ ਹੋਰ ਵੀ ਜਿਹੜੀਆਂ ਕਈ ਫੈਸਿਲਿਟੀਆਂ ਜਿਹੜੀਆਂ ਉਹ ਪ੍ਰੋਵਾਈਡ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸੋ ਇੱਕ ਬਹੁਤ ਵਧੀਆ ਇਹ ਇੱਕ ਕਦਮ ਆ, ਅਤੇ ਨਾਂ ਵੀ ਇਹਦਾ ਜਿਹੜਾ ਲਿਖਿਆ ਕਿ ਅੰਤਮ ਯਾਤਰਾ ਔਰ ਆਖਰੀ ਸਫ਼ਰ। ਤੁਹਾਨੂੰ ਇਹ ਕਿੱਦਾਂ ਲੱਗਾ? ਸਿੱਖ ਚੈਨਲ ਦੇ ਜ਼ਰੀਏ ਤੁਹਾਨੂੰ ਕਿੱਦਾਂ ਲੱਗਾ ਇਹ ਖਬਰ? ਤੁਹਾਨੂੰ ਸੁਣ ਕੇ ਕਿਸ ਤਰ੍ਹਾਂ ਲੱਗ ਰਿਹਾ ਵਾ? ਤੁਸੀਂ ਬਾਅਦ ਦੇ ਵਿੱਚ ਸਾਡੇ ਨਾਲ ਜ਼ਰੂਰ ਕਾਲ ਕਰਿਓ, ਅਸੀਂ ਤੁਹਾਡੀਆਂ ਕਾਲਾਂ ਜ਼ਰੂਰ ਲਵਾਂਗੇ, ਤੁਹਾਨੂੰ ਵਿੱਚ ਸ਼ਾਮਲ ਅਸੀਂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ। ਤੁਸੀਂ ਵੀ ਆਪਣੀ ਰਾਏ ਜਿਹੜੀ ਆ ਉਹ ਜ਼ਰੂਰ ਦਿਓ। ਅਤੇ ਇਸ ਤੋਂ ਬਾਅਦ ਜੀ ਆਓ ਹੁਣ ਆਪਾਂ ਚੱਲਦੇ ਹਾਂ ਕਿ ਜਿਹੜੇ ਕਿ ਸਿੱਖਸ ਇਨ ਕਸ਼ਮੀਰ ਦੇ ਵਿੱਚ ਕੀ ਕੁਝ ਹੋਇਆ, ਆਪਾਂ ਉਹ ਦੂਸਰਾ ਪਾਸਾ ਆਪਾਂ ਲੈ ਲਈ। ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਐਸੇ ਵੀ ਜਿਹੜੇ ਉੱਥੇ ਰਿਸਪੈਕਟੇਬਲ ਚੀਜ਼ ਜਿਹੜੀ ਹੋ ਰਹੀ ਆ ਸਿੱਖਾਂ ਦੇ ਵਾਸਤੇ, ਔਰ ਦੂਸਰੇ ਪਾਸੇ ਆਪਾਂ ਕਸ਼ਮੀਰ ਦਾ ਜਿਹੜਾ ਮੁੱਦਾ ਹੈ ਉਹ ਆਪਾਂ ਹੁਣ ਲਈਏ। ਅਤੇ ਆਓ ਤੁਸੀਂ ਵੇਖ ਰਹੇ ਹਾਂ ਅਸੀਂ ਤੁਹਾਡੇ ਨਾਲ ਇਹ ਵੀ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਇਹਦੇ ਬਾਰੇ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵੇਲੇ ਅਸੀਂ ਜੰਮੂ ਦੇ ਸਾਡੇ ਰਿਪੋਰਟਰ ਜਿਹੜੇ ਉਹਨਾਂ ਵੱਲ ਵੀ ਚੱਲਾਂਗੇ, ਔਰ ਦਿੱਲੀ ਦੇ ਸਾਡੇ ਜਿਹੜੇ ਰਿਪੋਰਟਰ ਨੇ ਜਸਵਿੰਦਰ ਸਿੰਘ ਜੀ, ਅਸੀਂ ਉਹਨਾਂ ਦੇ ਵੱਲ ਵੀ ਚੱਲਾਂਗੇ ਕਿ ਪੂਰਾ ਮਾਮਲਾ ਜਿਹੜਾ ਉਹ ਇਹ ਕੱਲ੍ਹ ਕੀ ਵਾਪਰਿਆ ਹੈ। ਕੱਲ੍ਹ ਦੀ ਇਹ ਘਟਨਾ ਹੈ ਜਿਹੜੀ ਕਿ ਤੁਸੀਂ ਵੇਖ ਰਹੇ ਕਿ ਪੌੜੀਆਂ ਦੇ ਉੱਤੋਂ ਇੱਕ ਪੁਲਿਸ ਵਾਲਾ ਹੀ ਡਿਸੇਬਲ ਜਿਹੜਾ ਬੰਦਾ ਆ ਉਹਨੂੰ ਧੱਕਾ ਦੇ ਰਿਹਾ, ਇਹਦੀ ਇੱਕ ਲੱਤ ਕਹਿੰਦੇ ਕਿ ਲੱਕੜ ਦੀ ਹੈ। ਸੋ ਇਸ ਕਰਕੇ ਆਓ ਆਪਾਂ ਇਹਦੇ ਬਾਰੇ ਜੋ ਵੀ ਆਪਣੇ ਕੋਲ ਰਿਪੋਰਟ ਹੈ ਉਹ ਵੀ ਆਪਾਂ ਵੇਖਣੀ ਆ, ਅਤੇ ਜੋ ਆਪਣੇ ਕੋਲ ਕਲਿੱਪ ਆ ਉਹ ਵੀ ਆਪਾਂ ਵੇਖਣਾ ਆ, ਅਤੇ ਆਪਾਂ ਗੱਲਬਾਤ ਵੀ ਕਰਨੀ ਆ। ਸਾਡੇ ਜਿਹੜੇ ਪ੍ਰੈਸ ਰਿਪੋਰਟਰ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਕਿ ਉੱਥੇ ਕੀ ਵਾਪਰਿਆ, ਅਤੇ ਹੁਣ ਇਸ ਵੇਲੇ ਉੱਥੇ ਕੀ ਆ, ਜਾਂ ਪ੍ਰਸ਼ਾਸਨ ਜਿਹੜਾ ਹੈਗਾ ਉਹ ਕੀ ਮਦਦ ਕਰ ਰਿਹਾ ਸਿੱਖਾਂ ਦੀ
ਵੈਸੇ ਪੋਜ਼ਿਟਿਵ ਜਿਹੜੀ ਨਿਊਜ਼ ਸਾਨੂੰ ਇਹਦੇ ਵਿੱਚ ਮਿਲੀ ਸੀਗੀ ਜਿਹੜੇ ਸਾਡੇ ਉੱਥੇ ਦੇ ਰਿਪੋਰਟਰ ਨੇ ਉਹਨਾਂ ਦੇ ਵੱਲੋਂ। ਆਓ ਤੁਹਾਡੇ ਸਾਹਮਣੇ ਅਸੀਂ ਇੱਕ ਜਿਹੜਾ ਕਲਿੱਪ ਆ ਤੁਹਾਡੇ ਨਾਲ ਅਸੀਂ ਉਹ ਸਾਂਝਾ ਕਰਨ ਜਾ ਰਹੇ ਹਾਂ ਤੇ ਤੁਸੀਂ ਦੇਖੋ। हमला हो रहा है, हम माइनॉरिटी पे हमला हो रहा है। ਸਾਡੀ ਇੱਕ ਅੱਕ ਬੰਦਾ ਸੀ, ਅੱਕ ਲੈਣ ਆਇਆ ਸੀ ਆਪਣਾ, ਜਿਹੜਾ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਅੱਕ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਉੱਪਰੋਂ ਫਿਜ਼ੀਕਲ ਹੈਂਡੀਕੈਪਟ ਹਾਂ, 75% ਡਿਸੇਬਲਡ। ਮੈਂ ਕਾਗਜ਼ਾਂ ਵਿੱਚ ਵੀ ਕਾਫੀ ਜਗ੍ਹਾ ਅਪਰੋਚ ਲਗਾ ਬੈਠਾ, ਪਰ ਮੈਨੂੰ ਕਿਧਰੇ ਕੋਈ ਇਨਸਾਫ ਨਹੀਂ ਮਿਲਿਆ। ਫਾਈਨਲੀ ਮੈਂ ਇੱਥੇ ਜਿਸ ਤਰ੍ਹਾਂ ਤਿਸਰਾ ਆਇਆ, ਮੈਂ ਕੁਆਟਰ ਇੱਕ ਲਿਆ। ਇਹਨਾਂ ਨੇ ਮੇਰੇ ਧੱਕਾ ਮੁੱਕੀ ਕੀਤੀ, ਮੇਰੀ ਬੁਰੀ ਹਾਲਤ ਕੀਤੀ ਹੈ, ਡੰਡੇ ਮਾਰੇ, ਬੁਰੀ ਹਾਲਤ ਕੀਤੀ। ਇਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਇੱਕ ਮੈਂ ਹੈਂਡੀਕੈਪਟ ਬੰਦਾ, ਪਰ ਇਹਨਾਂ ਦਾ मेरे ना बहुत बुरी गल हुई है। इस वास्ते मैं जस्टिस चाहिए। जी हम यहाँ पे जस्टिस के लिए आए थे। हम 2010 के लगे हुए हैं। तो क्या हुआ कि इन्होंने पंडित लोग जो यहाँ पे हैं और पुलिस जो यहाँ पे आई, इन्होंने हमें धक्के मार कर निकाला। यहाँ तक कि इन्होंने जेंट्स पुलिस आए थे, उन्होंने हम लेडीज़ पे हाथ उठाया, हमारे कपड़े फाड़े, हमारा हाथ तोड़ा। मेरी ये फिंगर टूटी हुई है इस टाइम। इन्होंने हमें बहुत मारा, हमारे लड़कों को मारा। इवन कि इनके साथ लेडीज़ भी नहीं थी। इन्होंने हमारे ऊपर हाथ उठाया और हमें इंसाफ नहीं दिया इन्होंने। में गुस्से तो हमें पुलिस वालों ने डंडे मार मार के निकाला। लेडीज को बहुत मारा, बहुत इतना कि हद से ज्यादा डंडों के साथ मारा। लेडीज पुलिस उनके साथ नहीं, जेंट्स ने हम पे हाथ उठाया, बहुत मारा, कपड़े फाड़े हमारे, धक्के मार मार के हमें नीचे, धक्के मार मार के हमें नीचे पगड़ी उतारी, सारा इसकी पगड़ी उतारी सर। ये देखिए सर, इधर भी दस, ये देखिए हमारे भाइयों को इन्होंने धक्के मार मार के निकाला। जैसे कि आप देख सकते हैं यहाँ पे इनको हैंडीकैप लोगों को, एम्प्यूटी है ये लड़का, इसको सीढ़ियों से गिराया गया है पुलिस के द्वारा। एडीसी साहब यहाँ पे आए थे, डीसी साहब ने यहाँ पे कार्रवाई की है और डीसी साहब की कार्रवाई ये है कि इन लोगों को यहाँ से आप वकेट कीजिए। ये देखिए इन लोगों का सामान यहाँ से धक्के मार के बाहर निकाला गया है। इन्हीं के साथ यहाँ पे और भी लोग हैं जो इलीगली ऑक्यूपाइड हैं। उन लोगों को अभी भी क्वार्टर्स के अंदर ही रहने का हक है। पिछले 2 महीने से कोई कार्रवाई नहीं हुई है, लेकिन जब भी कोई सरदार भाई अंदर घुसने की कोशिश करते हैं यहाँ पे कार्रवाई होना स्टार्ट हो जाती है। ਸੋ ਆਪਾਂ ਦੇਖਿਆ ਤੇ ਉਹਨਾਂ ਦੇ ਆਪਾਂ ਜਿਹੜੇ ਵਿਚਾਰ ਆ ਉਹਨਾਂ ਨੇ ਆਪਣੀ ਜੀ ਦਰਦ ਕਹਾਣੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਇਸ ਵੇਲੇ ਜਿਹੜੀ ਉੱਥੇ ਦੀ ਪੁਲਿਸ ਸੀਗੀ ਨਾ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਆ
ਤੇ ਉਹਨਾਂ ਦੇ ਡੰਡੇ ਮਾਰੇ ਔਰ ਉਹਨਾਂ ਦੇ ਜ਼ਖਮ ਵੀ ਹੋਏ ਔਰ ਧੱਕੇ ਵੀ ਦਿੱਤੇ ਆ। ਆਪਾਂ ਉਹ ਸਾਰੀ ਕਲਿੱਪ ਜਿਹੜੀ ਆ ਉਹ ਤੁਸੀਂ ਵੇਖੀ ਆ। ਸੋ ਇਸ ਵੇਲੇ ਸਾਡੇ ਨਾਲ ਸਾਡੇ ਜਿਹੜੇ ਪ੍ਰੈਸ ਰਿਪੋਰਟਰ ਨੇ ਉੱਥੇ ਦੇ ਸਿੱਖ ਚੈਨਲ ਦੇ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ, ਜਿਹੜੇ ਕਿ ਬਿਲਕੁਲ ਅੱਜ ਸਾਰਾ ਦਿਨ ਉੱਥੇ ਹਾਜ਼ਰ ਵੀ ਰਹੇ ਆ, ਜਦੋਂ ਕਿ ਸਾਡੇ ਜਿਹੜੇ ਉਦੋਂ ਜਿਨ੍ਹਾਂ ਦੇ ਨਾਲ ਇਹ ਘਟਨਾ ਹੋਈ ਆ ਉਹ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਕੋਲ ਗਏ, ਉੱਥੇ ਜਿਹੜੀ FIR ਦਰਜ ਕਰਾਉਣ ਵਾਸਤੇ ਗਏ ਆ। ਕੀ ਹੋਇਆ ਮਾਮਲਾ, ਆਪਾਂ ਹਰਬਖਸ਼ ਸਿੰਘ ਦੇ ਕੋਲ ਚੱਲਦੇ ਹਾਂ ਜੀ, ਉਹਦੇ ਕੋਲੋਂ ਉਹਦੀ ਜ਼ਬਾਨੀ ਆਪਾਂ ਸੁਣਦੇ ਹਾਂ ਜੀ। ਹਰਬਖਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕੀ ਫਤਿਹ। ਹਰਬਖਸ਼ ਸਿੰਘ ਜੀ, ਤੁਹਾਡਾ ਇਸ ਵੇਲੇ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਅਸੀਂ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ। ਤੁਹਾਨੂੰ ਦੇਸ਼ ਦੁਨੀਆ ਦੇ ਵਿੱਚ ਸਿੱਖ ਚੈਨਲ ਦੇ ਰਾਹੀਂ ਤੁਹਾਨੂੰ ਇਸ ਵੇਲੇ ਵੇਖਿਆ ਜਾ ਰਿਹਾ, ਲਾਈਵ ਵੇਖਿਆ ਜਾ ਰਿਹਾ। ਭਾਵੇਂ ਟਾਈਮ ਜਿਹੜਾ ਇਸ ਵੇਲੇ ਇੰਡੀਆ ਦੇ ਵਿੱਚ ਬਹੁਤ ਹੋ ਚੁੱਕਾ, ਤਕਰੀਬਨ 11 ਦੇ ਲਾਗੇ ਛਾਗੇ ਟਾਈਮ ਹੋ ਚੁੱਕਾ ਆ, ਪਰ ਫਿਰ ਵੀ ਤੁਸੀਂ ਖਬਰਾਂ ਦੇਣ ਵਾਸਤੇ ਬੜੀ ਅਣਥੱਕ ਮਿਹਨਤ ਕਰ ਰਹੇ ਹੋ। ਕੀ ਹੈ ਮੁੱਦਾ ਜਿਹੜਾ ਕੱਲ੍ਹ ਵਾਪਰੀ ਘਟਨਾ ਤੇ ਅੱਜ ਕੀ ਉਹਦਾ ਪ੍ਰਤੀਕਰਮ ਕੀ ਹੋਇਆ? FIR ਜਿਹੜੀ ਦਰਜ ਹੋਈ ਜਾਂ ਨਹੀਂ ਹੋਈ, ਜਾਂ ਪ੍ਰਸ਼ਾਸਨ ਦਾ ਕੀ ਰੋਲ ਆ? ਤੁਸੀਂ ਸਾਰੀ ਜਿਹੜੀ ਇਸ ਵੇਲੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ ਤੇ ਸੁਣ ਰਹੇ ਨੇ, ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਭਾਈ ਸਾਹਿਬ, ਅਗਰ ਗੱਲ ਕਰੀਏ ਜੰਮੂ ਕਸ਼ਮੀਰ ਦੀ, ਤਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕੱਲ ਇੱਕ ਵੱਡਾ ਹਾਦਸਾ ਹੋਇਆ। ਕਸ਼ਮੀਰ ਦੇ ਵਿੱਚ ਸਿੱਖਾਂ ਦੇ ਨਾਲ ਜਿਹੜੇ ਕਸ਼ਮੀਰੀ ਪੰਡਤ ਸਨ, ਉਹ ਕਮ ਸੇ ਕਮ 300 ਤੋਂ 350 ਜਿਹੜੇ ਘਰ ਹਨ ਉਹ ਪੰਡਤਾਂ ਦੇ, ਤੇ 6 ਤੋਂ 7 ਕੁੰਬੇ ਜਿਹੜੇ ਹਨ ਉਹ ਸਿੱਖਾਂ ਦੇ ਸਨ। ਜਿਹੜੇ ਸਰਕਾਰੀ ਕੰਪੋਜੀਸ਼ਨ 2010 ਤੋਂ ਜਿਹੜੇ ਮਾਈਗ੍ਰੇਟ ਲੋਕ ਹੋਏ ਸਨ, ਉਹਨਾਂ ਨੂੰ ਇਹ 28 ਪਈਆਂ ਸਨ। ਇਹਦੇ ਵਿੱਚ ਕਸ਼ਮੀਰੀ ਪੰਡਤ ਵੀ ਹੈਗੇ ਨੇ, ਸਿੱਖ ਵੀ ਹੈਗੇ ਨੇ, ਤੇ ਮੁਸਲਮ ਜਿਹੜੇ ਕਸ਼ਮੀਰ ਦੇ ਵਿੱਚ ਸਾਡੇ ਵੀਰ ਹਨ ਉਹ ਵੀ ਹੈਗੇ ਨੇ। ਇਹਦੇ ਵਿੱਚ ਅਗਰ ਗੱਲ ਕਰੀਏ ਕੱਲ ਦੀ, ਤਾਂ ਕੱਲ ਇੱਕ ਬਹੁਤ ਵੱਡਾ ਜਿਹੜਾ ਸਿੱਖਾਂ ਤੇ ਇੱਕ ਜ਼ੁਲਮ ਹੋਇਆ ਹੈ। ਉਹ ਕਸ਼ਮੀਰੀ ਪੰਡਤਾਂ ਜਿਹੜੇ ਉਸ ਜਗ੍ਹਾ ਤੇ ਰਹਿੰਦੇ ਸੀ, ਤੇ ਇਹ 2010 ਦੀ ਜਿਹੜੀ ਉਹਨਾਂ ਨੂੰ ਅਲਾਟਮੈਂਟ ਹੋਏ ਸੀ ਜਿਹੜੇ ਸਰਕਾਰੀ ਕੁਆਟਰ ਸਨ, ਉਹਨਾਂ ਕੁਆਟਰ ਦੇ ਵਿੱਚ ਜਦੋਂ ਸਿੱਖਾਂ ਨੂੰ ਜਸਟਿਸ ਨਹੀਂ ਮਿਲ ਰਿਹਾ ਸੀ, ਤੇ ਉਹਨਾਂ ਕੁਆਟਰ ਦੇ ਵਿੱਚ ਜਾ ਕੇ ਉਹ ਵੀ ਜਾ ਕੇ ਰਹਿਣ ਵਾਸਤੇ ਗਏ। ਕੁਝ ਜਿਹੜੇ 16 ਕੁਆਟਰ ਜਿਹੜੇ ਬੈਲੈਂਸ ਬਚਦੇ ਸੀ ਉਹਨਾਂ ਦੇ ਵਿੱਚ, ਤੇ ਅਚਾਨਕ ਜਦੋਂ ਉਹ ਰਹਿਣ ਵਾਸਤੇ ਅੰਦਰ ਵੜ ਗਏ ਤੇ ਕਸ਼ਮੀਰੀ ਪੰਡਤਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਤਲਵਾਰਾਂ ਲੈ ਕੇ, ਡੰਡੇ ਲੈ ਕੇ ਕਾਫੀ ਉਹਨਾਂ ਦੇ ਨਾਲ ਮਾਰ ਕਟਾਈ ਕੀਤੀ, ਤਸ਼ੱਦਦ ਕੀਤੀ, ਤੇ ਉਹਨਾਂ ਨੂੰ ਜਾਣੀ ਕਿ ਕੱਲ ਬਹੁਤ ਹੀ ਜ਼ਿਆਦਾ ਇੱਕ ਲੜਕੀ ਨੂੰ ਫਿਰ ਉਹਦੇ ਬਾਅਦ ਉਹਨਾਂ ਨੂੰ ਪੁਲਿਸ ਨੂੰ ਬੁਲਾ ਲਿਆ। ਕਸ਼ਮੀਰੀ ਪੰਡਤਾਂ ਨੇ ਉਸ ਜਗ੍ਹਾ ਦੇ ਉੱਤੇ ਪੁਲਿਸ ਨੂੰ ਬੁਲਾ ਲਿਆ ਜੀ। ਉੱਥੇ ਪੁਲਿਸ ਨੂੰ ਪਹੁੰਚੀ ਤੇ ਪੁਲਿਸ ਨੇ ਵੀ ਉਹਨਾਂ ਸਰਦਾਰਾਂ ਸਿੱਖਾਂ ਨੂੰ ਹੀ ਮਾਰਿਆ। ਇੱਕ ਲੜਕੀ ਨੂੰ ਵੀ ਸਿਰ ਤੇ ਡੰਡਾ ਮਾਰਿਆ, ਉਹ ਕਾਫੀ ਦੇਰ ਬੇਹੋਸ਼ ਰਹੀ ਉਹ ਲੜਕੀ। ਲੇਕਿਨ ਉਸ ਤੋਂ ਬਾਅਦ ਛੋਟਾ ਜਿਹਾ ਇੱਕ ਕਮਰਾ ਦੇ ਕੇ ਉਹਦੇ ਵਿੱਚ ਜਿਹੜੇ ਉਹ 7-8 ਜਿਹੜੇ ਘਰ ਸਨ ਉਹ ਸਿੱਖਾਂ ਦੇ, ਉਹ ਰਹਿ ਰਹੇ ਨੇ ਅਜੇ ਤੱਕ ਵੀ। ਤੇ ਲੇਕਿਨ ਅੱਜ ਦੀ ਜਿਹੜੀ ਇੱਕ ਅਪਡੇਟ ਹੈ, ਤਾਜ਼ਾ ਅਪਡੇਟ, ਉਹ ਸਵੇਰੇ ਸਭ ਤੋਂ ਪਹਿਲਾਂ ਉਹ CM ਕੋਲ ਗਏ। ਉੱਥੇ ਬੜਾ ਰਸ਼ ਸੀ ਕਿਉਂਕਿ ਅੱਜ ਈਦ ਸੀ, ਤੇ ਈਦ ਦੇ ਕਾਰਨ ਉੱਥੇ ਉਹਨਾਂ ਦੇ ਨਾਲ CM ਸਾਹਿਬ ਦੇ ਨਾਲ ਨਹੀਂ ਮਿਲ ਸਕੇ। ਉਸ ਤੋਂ ਬਾਅਦ ਉਹ ਫਿਰ FIR ਦਰਜ ਕਰਾਉਣ ਵਾਸਤੇ ਜਿਹੜਾ ਕਿ ਉਸ ਜਗ੍ਹਾ ਦੇ ਵਿੱਚ ਥਾਣੇ ਦੇ ਵਿੱਚ ਗਏ, ਔਰ ਉਹਨਾਂ ਦੇ ਉੱਤੇ ਜਿਹੜੀ ਹੈ ਪੁਲਿਸ ਦਾ ਜਿਹੜਾ ਬਹੁਤ ਹੀ ਜ਼ਿਆਦਾ ਸਹਿਯੋਗ ਰਿਹਾ, ਔਰ ਮੁਸਲਿਮ ਵੀਰਾਂ ਦਾ ਵੀ ਸਹਿਯੋਗ ਹੈ ਉਹਨਾਂ ਦੇ ਕਾਫੀ। ਤੇ FIR ਦਰਜ ਕਰਾਉਣ ਵਾਸਤੇ ਜਦੋਂ ਗਏ ਤੇ ਉਹਨਾਂ ਦੇ FIR ਜਿਹੜੀ ਹੈ ਉਹ ਵੀ ਲੱਗੀ ਹੈ। ਤੇ ਬਾਕੀ ਟਾਈਮ ਜਿਹੜੇ ਉਹ ਸਿੱਖਾਂ ਦੇ ਇਸ ਟਾਈਮ ਉਹ ਬਿਲਕੁਲ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਰਹਿ ਰਹੇ ਨੇ, ਤੇ ਬੜੀ ਉਹ ਉਹਨਾਂ ਦੇ ਮੁਸ਼ਕਲ ਦੇ ਨਾਲ ਰਹਿ ਰਹੇ ਹਨ ਕਿ ਉਹਨਾਂ ਦਾ ਕੋਈ ਵੀ ਹਰਬਖਸ਼ ਸਿੰਘ ਜੀ ਖਾਲੀ ਹੱਥ ਨਹੀਂ ਹੈ। ਹਰਬਖਸ਼ ਸਿੰਘ ਜੀ, ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ, ਉਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ ਕਿਉਂਕਿ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਜਦੋਂ ਵੀ ਦਫ਼ਤਰਾਂ ਦੇ ਵਿੱਚ ਜਾਂਦੇ ਹਾਂ, ਸਾਡੇ ਡਾਕੂਮੈਂਟੇਸ਼ਨ ਜਿਹੜੇ ਸਾਨੂੰ ਕੋਈ ਵੀ ਚੀਜ਼ ਚਾਹੀਦੀ ਹੁੰਦੀ ਹੈ ਤੇ ਬਿਲਕੁਲ ਸਾਨੂੰ ਨਹੀਂ ਮਿਲਦਾ। ਉਹ ਜੰਮੂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕਸ਼ਮੀਰ ਦੇ ਵਿੱਚ ਤਾਂ ਹੋ ਹੀ ਰਿਹਾ। ਤੁਹਾਨੂੰ ਪਤਾ ਹੈ ਕਿ ਕਸ਼ਮੀਰ ਦੇ ਅੱਜ ਕਿਸ ਤਰੀਕੇ ਦੇ ਹਾਲਾਤ ਹਨ। ਅੱਜ ਈਦ ਵਾਲਾ ਦਿਨ ਹੈ ਤੇ ਈਦ ਤੇ ਵੀ ਅੱਜ ਇੱਕ ਔਰਤ ਦਾ ਵੀ ਜਾਣੀ ਕਿ ਕਈ ਹਥਿਆਰਬੰਦ ਲੋਕਾਂ ਵੱਲੋਂ ਉਹਨੂੰ ਵੀ ਮਾਰਿਆ ਗਿਆ ਉਸ ਜਗ੍ਹਾ ਦੇ ਉੱਤੇ। ਤੇ ਕਸ਼ਮੀਰ ਦਾ ਮਾਹੌਲ ਹੈ ਜਿਹੜਾ ਅੱਜ ਬਹੁਤ ਹੀ ਖਰਾਬ ਹੀ ਰਿਹਾ, ਔਰ ਸਿੱਖਾਂ ਦੇ ਨਾਲ ਜਿਹੜਾ ਇਹ ਜਸਟਿਸ ਹੋਇਆ। ਆਪ ਜੀ ਨੂੰ ਦੱਸ ਦਈਏ ਕਿ ਜਦੋਂ ਗੱਲ ਕਰੀਏ ਅਗਰ ਸਿੱਖਾਂ ਦੀ ਤੇ ਕਸ਼ਮੀਰੀ ਪੰਡਤਾਂ ਦੀ ਤੇ ਸਿੱਖਾਂ ਦੀ ਗੱਲ ਕਰੀਏ ਤੇ ਜਦੋਂ 9ਵੇਂ ਪਾਤਸ਼ਾਹ ਦੇ ਕੋਲ ਕਸ਼ਮੀਰੀ ਪੰਡਤ ਗਏ ਸਨ ਕਿ ਸਾਨੂੰ ਮੁਸਲਿਮ ਬਣਾਇਆ ਜਾ ਰਿਹਾ, ਜਬਰਨ ਮੁਸਲਿਮ ਬਣਾਇਆ ਜਾ ਰਿਹਾ, ਤਾਂ ਉਦੋਂ 9ਵੇਂ ਪਾਤਸ਼ਾਹ ਨੇ
ਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਹਾਮੀ ਭਰ ਕੇ ਤੇ ਉਹਨਾਂ ਕਸ਼ਮੀਰੀਆਂ ਨੂੰ ਬਚਾਇਆ ਸੀ। ਲੇਕਿਨ ਅਹਿਸਾਨ ਫਰਮਾਇਸ਼ ਉਹ ਹੁੰਦਾ ਜਿਹੜਾ ਕਿਸੇ ਦਾ ਅਹਿਸਾਨ ਭੁੱਲ ਜਾਵੇ। ਜੀ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹਾਂਗਾ ਹਰਬਖਸ਼ ਸਿੰਘ ਜੀ, ਪਤਾ ਲੱਗਾ ਕਿ ਜਿਹੜੇ ਇਹ ਸਿੱਖ ਪਰਿਵਾਰ ਨੇ ਇਹਨਾਂ ਦੇ ਕੋਲ ਕੋਰਟ ਦਾ ਜਿਹੜਾ ਸਟੇ ਆਰਡਰ ਹੈਗਾ ਵਾ, ਪਰ ਪੁਲਿਸ ਨੇ ਫਿਰ ਇਹਨਾਂ ਦੇ ਨਾਲ ਵਧੀਕੀ ਕਿਉਂ ਕੀਤੀ ਆ, ਮਾਰਕੁੱਟ ਕਿਉਂ ਕੀਤੀ ਆ, ਇਹਦੇ ਬਾਰੇ ਤੁਸੀਂ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ? ਜੀ ਬਿਲਕੁਲ ਜਾਣਕਾਰੀ ਹੈ। ਅਸੀਂ ਕਹਿ ਦੇਣਾ ਚਾਹੁੰਦੇ ਹਾਂ ਤੁਹਾਨੂੰ ਕਿ ਉਹਨਾਂ ਕੋਲ ਕੋਰਟ ਦਾ ਜਿਹੜਾ ਆ ਸਟੇ ਆਰਡਰ ਬਿਲਕੁਲ ਲੈ ਕੇ ਗਏ ਨੇ। ਉੱਥੇ ਜਦੋਂ ਲੈ ਕੇ ਗਏ ਤੇ ਉਹਨਾਂ ਨੂੰ ਕੋਰਟ ਦਾ ਸਟੇ ਆਰਡਰ ਜਿਹੜਾ ਵਿਖਾਣ ਤੱਕ ਉਹ ਪਹੁੰਚ ਨਹੀਂ ਦਿੱਤਾ, ਵਿਖਾ ਨਹੀਂ ਦਿੱਤਾ, ਕਿਉਂਕਿ ਉਹਨਾਂ ਨੂੰ ਮਾਰਕਟਾਈ ਪਹਿਲਾਂ ਹੀ ਹੋਣੀ ਸ਼ੁਰੂ ਹੋ ਗਈ ਤੇ ਉਹ ਕੋਰਟ ਦਾ ਸਟੇ ਆਰਡਰ ਕਿੱਥੇ ਉਹਨਾਂ ਨੂੰ ਦਿਖਾਉਂਦੇ। ਪੁਲਿਸ ਵੱਲੋਂ ਵੀ ਉਹਨਾਂ ਨੂੰ ਮਾਰਕਟਾਈ ਸ਼ੁਰੂ ਹੋ ਗਈ। ਲੇਕਿਨ ਜਿਹੜੇ ਕਸ਼ਮੀਰੀ ਪੰਡਤ ਹਨ ਉਹ ਵੀ ਉਹਦੇ ਉੱਤੇ ਸਿੱਖਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹ ਕਿੱਥੇ ਉਹਨਾਂ ਨੂੰ ਦਿਖਾਉਂਦੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਉਸ ਤੇ ਆਰਡਰ ਦਿਖਾਉਣ ਦਾ। ਤੇ ਤੁਸੀਂ ਉਸ ਵੇਲੇ ਤੁਸੀਂ ਹਾਜ਼ਰ ਸੀਗੇ ਜਦੋਂ FIR ਜਿਹੜੀ ਦਰਜ ਕੀਤੀ ਜਾ ਰਹੀ ਸੀਗੀ FIR, ਤੇ ਤੁਸੀਂ ਉਸ ਵੇਲੇ ਕੀ ਜਿਹੜੇ ਪੁਲਿਸ ਜਿਹੜੇ ਵਾਲੇ ਸੀਗੇ ਉੱਥੇ ਮੁਲਾਜ਼ਮ ਉਹਨਾਂ ਦਾ ਵੀ ਕੋਈ ਨਾਂ ਵਿੱਚ ਲਿਖਾਇਆ ਗਿਆ ਜਾਂ ਉਹਨਾਂ ਤੇ ਵੀ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਹੋਈ ਹੈ ਜਾਂ ਸਿੱਖਾਂ ਵੱਲੋਂ ਕੋਈ ਉਹਨਾਂ ਨੂੰ ਵੀ ਕਿਹਾ ਗਿਆ ਵੀ ਇਹਨਾਂ ਸਾਨੂੰ ਜਾਣਬੁੱਝ ਕੇ ਕੁੱਟਿਆ ਗਿਆ ਸਾਨੂੰ? ਬਿਲਕੁਲ ਅੱਜ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਕਿ ਅੱਜ ਜਿਹੜਾ ਪੁਲਿਸ ਦੇ ਵਿੱਚ ਜਦੋਂ FIR ਦਰਜ ਕਰਾਉਣ ਵਾਸਤੇ ਉੱਥੇ ਦੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹ ਗਏ ਸਨ ਤੇ ਐਸੀ ਗੱਲ ਨਹੀਂ, ਪੁਲਿਸ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਉਹਨਾਂ ਨੂੰ। ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਤੁਹਾਨੂੰ ਮਾਰ ਕਟਾਈ ਹੋਈ ਹੈ ਤੇ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਹੋਈ, ਲੇਕਿਨ ਪੁਲਿਸ ਦਾ ਜਿਹੜਾ ਸਹਿਯੋਗ ਹੈ ਉਹਨਾਂ ਦਾ ਅੱਜ ਪੂਰਾ ਸਹਿਯੋਗ ਮਿਲ ਰਿਹਾ। ਇਹ ਵੀ ਉਹਨਾਂ ਵੱਲੋਂ ਸਿੱਖਾਂ ਵੱਲੋਂ ਕਿਹਾ ਗਿਆ ਕਿ ਅੱਜ ਈਦ ਦਾ ਦਿਨ ਸੀ, ਅੱਜ ਬੜੀ ਬਿਜ਼ੀ ਸਨ, ਸਾਰੇ ਪ੍ਰਸ਼ਾਸਨ ਵੀ ਬਿਜ਼ੀ ਸੀ, ਲੇਕਿਨ ਕੱਲ ਹੋ ਸਕਦਾ ਕਿ ਇਹਦੇ ਉੱਤੇ ਜਿਹੜਾ ਵੱਡਾ ਪ੍ਰੋਟੈਸਟ ਹੋਵੇ ਔਰ ਪ੍ਰੈਸ ਕਾਨਫਰੰਸ ਵੀ ਚਲੇ ਇਹਦੇ ਉੱਤੇ। ਜੀ ਠੀਕ ਹੈ ਜੀ ਹਰਬਖਸ਼ ਸਿੰਘ ਜੀ, ਜਿਵੇਂ ਸਾਨੂੰ ਕੋਈ ਅਪਡੇਟ ਆਏਗੀ ਅਸੀਂ ਤੁਹਾਡੇ ਕੋਲ ਫਿਰ ਅਪਡੇਟ ਲੈਂਦੇ ਰਹਾਂਗੇ। ਤੁਹਾਡਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਹ ਸਨ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਜਿਹੜੇ ਉਸ ਵੇਲੇ ਥਾਣੇ ਦੇ ਵਿੱਚ ਮੌਜੂਦ ਸਨ ਜਦੋਂ ਪ੍ਰਸ਼ਾਸਨ ਰਿਪੋਰਟ ਦਰਜ ਕਰ ਰਿਹਾ ਸੀਗਾ। ਸੋ ਇਹਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਬਹੁਤ ਹੀ ਵਧੀਆ ਜੇ ਉਸ ਵੇਲੇ ਕਾਰਵਾਈ ਕੀਤੀ ਗਈ ਆ, ਜੋ ਸਿੱਖਾਂ ਦੀ ਗੱਲ ਉੱਥੇ ਬਿਲਕੁਲ ਸੁਣੀ ਗਈ ਆ ਤੇ ਜਿਹੜੀ ਰਿਪੋਰਟ ਆ ਉਹ ਵੀ ਦਰਜ ਕੀਤੀ ਗਈ ਹੈ। ਸੋ ਇੱਕ ਪਾਸੇ ਤੇ ਕਸ਼ਮੀਰ ਦੀ ਧਰਤੀ ਜਿਹੜੇ ਕਿਸੇ ਟਾਈਮ ਦੇ ਉੱਤੇ ਕਿਸੇ ਸਮੇਂ ਦੇ ਉੱਤੇ ਆਪਾਂ ਉਹਨੂੰ ਸਵਰਗ ਦੀ ਧਰਤੀ ਉਹਨੂੰ ਮੰਨਿਆ ਜਾਂਦਾ ਸੀਗਾ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਕਿ ਕਸ਼ਮੀਰ ਇੱਕ ਬਿਲਕੁਲ ਸਵਰਗ ਹੀ ਹੈ। ਪਰ ਅੱਜ ਉੱਥੇ ਕੀ ਹੋ ਰਿਹਾ ਵਾ, ਅੱਜ ਵੀ ਈਦ ਜਿਹੜੀ ਆ ਉਹ ਮੁਬਾਰਕ ਆ ਜਿਹੜੇ ਸਾਡੇ ਮੁਸਲਮਾਨ ਵੀਰ ਨੇ, ਕਿਉਂਕਿ ਸਾਡਾ ਸਿੱਖ ਧਰਮ ਇੱਕ ਐਸਾ ਧਰਮ ਹੈ ਕਿ ਜਿਹੜਾ ਕਿ ਸਾਰੇ ਧਰਮਾਂ ਦਾ ਸਵਾਗਤ ਕਰਦਾ ਹੈ ਜੀ, ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਸੋ ਵਧਾਈ ਦੇਣੀ ਜਾਂ ਇਹ ਬਹੁਤ ਚੰਗੀ ਗੱਲ ਆ। ਇੱਕ ਦੂਸਰੇ ਨੂੰ ਹਰ ਧਰਮ, ਹਿੰਦੂ ਧਰਮ ਦੇ ਵਿੱਚ ਵੀ ਇਹ ਚਾਹੀਦਾ ਔਰ ਕ੍ਰਿਸਚੀਅਨ ਧਰਮ ਦੇ ਵਿੱਚ ਵੀ ਚਾਹੀਦਾ, ਮੁਸਲਿਮ ਧਰਮ ਵੀ ਹੈ, ਜੋ ਸਿੱਖ ਵੀ ਹੈ, ਸਾਰਿਆਂ ਨੂੰ ਇੱਕ ਦੂਸਰੇ ਦੇ ਨਾਲ ਮਿਲਵਰਤਨ ਜਿਹੜਾ ਉਹ ਰੱਖਣਾ ਚਾਹੀਦਾ ਹੈ, ਜਿਹਦੇ ਨਾਲ ਸਾਡੇ ਜਿਹੜੇ ਇਹ ਲੜਾਈ ਦੀਆਂ ਜਾਂ ਝਗੜੇ ਦੇ ਕਾਰਨ ਇਹ ਘਟਨਾਵਾਂ ਜਿਹੜੀਆਂ ਬਿਲਕੁਲ ਉਹ ਘਟ ਸਕਦੀਆਂ ਨੇ। ਸੋ ਆਓ, ਕਿਉਂਕਿ ਮੁੱਦੇ ਬਹੁਤ ਭਖੇ ਹੋਏ ਨੇ ਇਹਨਾਂ ਦਿਨਾਂ ਦੇ ਵਿੱਚ, ਕਾਫੀ ਮੁੱਦੇ ਨੇ ਜਿਹੜੇ ਕਿ ਉਠਾਏ ਜਾ ਰਹੇ ਨੇ, ਜਿਹੜੇ ਕਿ ਮੀਡੀਆ ਦੇ ਵਿੱਚ ਸਾਹਮਣੇ ਆ ਰਹੇ ਨੇ। ਹੁਣ ਮੈਂ ਤੁਹਾਨੂੰ ਆਪਣੇ ਪੱਤਰਕਾਰ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਦਿੱਲੀ ਵਾਲੇ, ਉਹਨਾਂ ਦੇ ਪਾਸ ਲੈ ਚੱਲਦਾ ਜੀ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਸਾਰੀ ਕਰੀਏ ਕਿ ਜਿਹੜਾ ਇੱਕ ਸਭ ਤੋਂ ਪਹਿਲਾਂ ਤਾਂ ਆਪਾਂ ਕਸ਼ਮੀਰ ਦੀ ਗੱਲ ਉਹਨਾਂ ਨਾਲ ਕਰਾਂਗੇ, ਉਸ ਤੋਂ ਬਾਅਦ ਜਿਹੜਾ ਸ਼ਿਲਾਂਗ ਗੁਰਦੁਆਰਾ ਡਾਂਗਮਾਰ ਹੈ ਉਹਦੀ ਵੀ ਗੱਲ ਆਪਾਂ ਕਰਾਂਗੇ, ਉਸ ਤੋਂ ਬਾਅਦ ਮੇਘਾਲਿਆ ਦੇ ਵਿੱਚ ਜਿਹੜਾ ਇੱਕ ਸਿੱਖ ਲੇਨ ਜਿਹੜੀ ਹੈਗੀ ਆ ਉਹ ਕੋਰਟ ਦੇ ਵੱਲੋਂ ਨੋਟਿਸ ਉਹਨੂੰ ਦੇ ਦਿੱਤਾ ਗਿਆ ਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਸਰਦਾਰ ਜਸਵਿੰਦਰ ਸਿੰਘ ਜੀ, ਇਸ ਵੇਲੇ ਤੁਹਾਡਾ ਬਹੁਤ ਹੀ ਸਿੱਖ ਚੈਨਲ ਤੇ ਤੁਹਾਡੀ ਆਵਾਜ਼ ਰਾਹੀਂ ਬਹੁਤ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਤੁਹਾਡੀ ਜਾਣੀ ਪਹਿਚਾਣੀ ਆਵਾਜ਼ ਜਿਹੜੇ ਕਿ ਸਾਡੇ ਦਰਸ਼ਕ ਬਿਲਕੁਲ ਪਹਿਚਾਣ ਲੈਂਦੇ ਨੇ। ਤੁਸੀਂ ਇਸ ਵੇਲੇ ਰਾਤ ਦਾ ਟਾਈਮ ਹੈ ਇੰਡੀਆ ਦੇ ਵਿੱਚ, ਫਿਰ ਵੀ ਸਾਡੇ ਨਾਲ ਜੁੜੇ ਹੋ ਇਹ ਖਬਰ ਸਾਂਝੀ ਕਰਨ ਵਾਸਤੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂਗਾ ਕਿ ਜੋ ਕਸ਼ਮੀਰ ਦੇ ਵਿੱਚ ਇਹ ਹੋਇਆ ਉੱਥੇ ਸਿੱਖ ਪਰਿਵਾਰਾਂ ਦੇ ਨਾਲ, ਇਹ ਕੀ ਤੁਹਾਡੇ ਵਿਚਾਰਾਂ ਦੇ ਵਿੱਚ ਕੀ ਹੈ? ਦੇਖੋ ਵੀ ਜੀ, ਸਾਨੂੰ ਸਮਝਣਾ ਪਏਗਾ ਪਿਛਲੇ 35 ਸਾਲਾਂ ਤੋਂ, ਮੈਂ ਗੱਲ ਦੀ ਸ਼ੁਰੂਆਤ 1984 ਦਾ ਲਫ਼ਜ਼ ਵਰਤ ਕੇ ਕਰਾਂਗਾ ਕਿਉਂਕਿ ਸਮਾਂ ਚੱਲ ਰਿਹਾ ਸਾਡੇ
35 ਸਾਲ ਹੋ ਗਏ ਸਾਡੇ ਨਾਲ ਜੋ ਘੱਲੂਘਾਰਾ ਕੀਤਾ ਗਿਆ, ਜਿਹਨੂੰ ਅਸੀਂ ਤੀਸਰਾ ਘੱਲੂਘਾਰਾ ਕਹਿੰਦੇ ਆ ਜੀ, ਸਾਡੇ ਨਾਲ। ਔਰ ਤਕਰੀਬਨ ਹੁਣ ਅਸੀਂ ਮਾਈਨੋਰਟੀਜ਼ ਨੂੰ ਕਹੀਏ ਲਗਾਤਾਰ ਟਾਰਗੇਟ ਹੁੰਦੀਆਂ ਰਹੀਆਂ ਨੇ, ਮਗਰ ਕਿਉਂਕਿ ਅਸੀਂ ਗੱਲ ਕਰ ਰਹੇ ਕਿ ਕਸ਼ਮੀਰ ਦੀ ਮੇਰੇ ਤੋਂ ਪਹਿਲੇ ਜਿਹੜੇ ਹਰਬਖਸ਼ ਸਿੰਘ ਸਨ ਸਾਡੇ ਕੋਰਸਪੋਂਡੈਂਟ ਹੈਗੇ ਨੇ, ਜਿਹੜੇ ਉਹਨਾਂ ਨੇ ਡਿਟੇਲ ਦੇ ਦਿੱਤੀ ਹੈਗੀ ਹੈ ਜੀ। ਸਾਨੂੰ ਇੱਕ ਚੀਜ਼ ਸਮਝਣੀ ਚਾਹੀਦੀ ਕਿ ਗਿਣਤੀ 'ਚ ਜੋ ਵੀ ਘੱਟ ਹੈ ਮਾਈਨੋਰਟੀ, ਉਹਨਾਂ ਨੂੰ ਟਾਰਗੇਟ ਕਰਨਾ ਵੀ ਬੜਾ ਆਸਾਨ ਹੈ। ਔਰ ਮੈਂ ਇਹ ਸਾਰੀ ਗੱਲ ਦਾ ਕਸੂਰ ਦੇਖੋ, ਅੱਜ ਦੀ ਡੇਟ ਦੇ ਅੰਦਰ ਲੋਕੀ ਸਭ ਤੋਂ ਪਹਿਲਾਂ ਛੋਟੇ ਸਾਹ ਨਾਮ ਲੈਂਦੇ ਹੈਗੇ ਨੇ ਬੀਜੇਪੀ ਦਾ, ਨਾਮ ਲੈਂਦੇ ਨੇ ਹਿੰਦੂ ਗਰੁੱਪਸ ਦਾ, ਨਾਮ ਲੈਂਦੇ ਨੇ ਮੋਦੀ ਸਰਕਾਰ ਦਾ ਜੀ, ਇਹਨਾਂ ਦੇ ਰਾਜ ਵਿੱਚ ਹੋਇਆ। ਮੈਂ ਇਹਨਾਂ ਨੂੰ ਕਸੂਰਵਾਰ ਨਹੀਂ ਮੰਨਦਾ, ਮੈਂ ਕਸੂਰਵਾਰ ਮੰਨਦਾ ਵਾਂ ਆਪਣੇ ਪੰਥਕ ਲੀਡਰਾਂ ਨੂੰ, ਆਪਣੇ ਜਥੇਦਾਰਾਂ ਨੂੰ। ਸ਼ਾਇਦ ਮੇਰੇ ਗੱਲ ਲਫ਼ਜ਼ ਕਿਸੇ ਨੂੰ ਗਲਤ ਲੱਗਣ, ਮੈਂ ਪਹਿਲੇ ਹੱਥ ਜੋੜ ਕੇ ਮਾਫੀ ਮੰਗ ਲੈਂਦਾ, ਮਗਰ ਉਹ ਥੋੜੀ ਸੱਚਾਈ ਹੈ ਜੋ ਕੋਈ ਬੋਲਣ ਤੋਂ ਵੀ ਕਹੀਏ ਸਾਰੇ ਗੁਰੇਜ਼ ਕਰਦੇ ਨੇ, ਮਗਰ ਸਾਡਾ ਕੰਮ ਹੈ ਸਿੱਖ ਜਨਾਂ ਦੇ ਪਲੇਟਫਾਰਮ ਉੱਤੇ ਅਸੀਂ ਸੱਚ ਦੁਨੀਆ ਨੂੰ ਦੱਸੀਏ। ਬਿਲਕੁਲ, ਜਦੋਂ ਕਦੋਂ ਵੀ ਸਾਡੀ ਸਿੱਖ ਕੌਮ ਉੱਤੇ ਕੋਈ ਹਮਲਾ ਹੁੰਦਾ ਹੈ, ਕਿਸੇ ਸਿੱਖ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ, ਉਸ ਵੇਲੇ ਉਹ ਸਭ ਤੋਂ ਪਹਿਲਾ ਕੰਮ ਹੁੰਦਾ ਹੈਗਾ ਕੌਮ ਦਾ ਜਥੇਦਾਰ, ਕੌਮ ਦੇ ਪੰਥਕ ਆਗੂ ਉਹਦੇ ਹੱਕ 'ਚ ਖੜੇ ਹੋ ਜਾਣ। ਇਹ ਸਾਡੇ ਕੌਮ ਦੀ ਬਦਕਿਸਮਤੀ ਹੈ, ਪਿਛਲੇ 5-10 ਸਾਲਾਂ ਤੋਂ ਸਾਡਾ ਵਲੀ ਵਾਰਸ, ਸਾਡੀ ਕੌਮ ਦੀ ਆਵਾਜ਼ ਸੁਣਨ ਵਾਲਾ ਕੋਈ ਵੀ ਅਸੀਂ ਕਹੀਏ ਚੱਜ ਦਾ ਜਥੇਦਾਰ ਸਾਡੀ ਕੌਮ ਨੂੰ ਨਹੀਂ ਮਿਲਿਆ। ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਸਤਿਕਾਰਯੋਗ ਨੇ, ਮੈਂ ਉਹਨਾਂ ਦੇ ਅਗੇਂਸਟ ਲਫ਼ਜ਼ ਨਹੀਂ ਵਰਤ ਰਿਹਾ, ਉਹਨਾਂ ਦੀ ਆਪਣੀਆਂ ਜ਼ਿੰਮੇਦਾਰੀਆਂ ਨੇ, ਆਪਣੇ ਆਫਿਸ ਦੇ ਵਰਕ ਨੇ, ਉਹਨਾਂ ਦੀ ਆਪਣੀ ਪਰਸਨਲ ਲਾਈਫ ਹੈ, ਮਗਰ ਜਥੇਦਾਰ ਕੌਮ ਦਾ ਉਹ ਹੁੰਦਾ ਵੇ ਜਦੋਂ ਕਿਸੇ ਵੀ ਸਿੱਖ ਦੇ ਉੱਤੇ ਕੋਈ ਜ਼ੁਲਮ ਹੋਵੇ ਤੇ ਸਭ ਤੋਂ ਪਹਿਲੀ ਆਵਾਜ਼ ਜਥੇਦਾਰ ਦੀ ਹੋਣੀ ਚਾਹੀਦੀ ਹੈ। ਔਰ ਸ਼ਾਇਦ ਸਾਡੇ 100 ਕਾਰਡ ਖਾਲੀ ਜਥੇਦਾਰ ਸਾਹਿਬਾਨਾਂ ਦੀ ਸਾਡੇ ਜਿੰਨੇ ਲੀਡਰ ਨੇ ਜੋ ਮਾਫ ਕਰਨਾ 2020 ਰੈਫਰੈਂਡਮ ਦੀਆਂ ਗੱਲਾਂ ਕਰਦੇ ਨੇ, ਜੋ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਦੀ ਗੱਲਾਂ ਕਰਦੇ ਨੇ, ਜਦੋਂ ਪੂਰੇ ਹਿੰਦੁਸਤਾਨ ਦੇ ਅੰਦਰ ਇਹੋ ਜਿਹੇ ਹਮਲੇ ਹੁੰਦੇ ਨੇ, ਇਹਨਾਂ ਦੀ ਆਵਾਜ਼ ਕਿਉਂ ਨਹੀਂ ਪਹੁੰਚਦੀ? ਇਹ ਲੋਕੀ ਉੱਥੇ ਕਿਉਂ ਨਹੀਂ ਪਹੁੰਚਦੇ? ਉਦਾਹਰਨ ਗੱਲ ਕਰਨੀ ਹੈ ਅਸੀਂ ਨਾਲ ਆਦੀ ਦੇ ਨਾਲ ਆਪਾਂ ਸ਼ਿਲੋਂਗ ਦੀ ਪੰਜਾਬੀ ਬੱਤੀ ਦੀ ਗੱਲ ਕਰਨੀ ਹੈ। ਮੈਂ ਲਾਈਵ ਆਦੀ ਨਾਲ ਇਸ ਵੇਲੇ ਗੱਲ ਕਰ ਰਿਹਾ, ਮੈਂ ਚੈਲੰਜ ਨਾਲ ਪੁੱਛ ਰਿਹਾ ਆਪਣੇ ਸਾਰੇ ਲੀਡਰਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਕੇ ਬੇਨਤੀ ਕਰਕੇ ਪੁੱਛ ਰਿਹਾ ਕਿੰਨੇ ਪੰਥਕ ਲੀਡਰ ਇਹ ਜਿਹੇ ਮਸਲਿਆਂ ਦੇ ਉੱਤੇ ਉੱਥੇ ਪਹੁੰਚੇ ਨੇ? ਮਾਫ ਕਰਨਾ, ਇੱਕ ਵੀ ਸਾਡੀ ਨਿਹੰਗ ਜਥੇਬੰਦੀ, ਇੱਕ ਵੀ ਜਥੇਦਾਰ ਇਹੋ ਜਿਹੇ ਕਿਸੇ ਜਗ੍ਹਾ ਦੇ ਉੱਤੇ ਵੀ ਨਹੀਂ ਪਹੁੰਚਿਆ ਹੈਗਾ। ਇਸ ਕਰਕੇ ਇਹ ਮੈਂ ਤੁਹਾਨੂੰ ਵਜ੍ਹਾ ਦੱਸੀ ਹੈ ਜਿਹਦੇ ਕਰਕੇ ਮਾਈਨੋਰਟੀ ਦੇ ਤੌਰ ਤੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਤੇ ਸਿੱਖਾਂ ਦਾ, ਕਿਉਂਕਿ ਸਾਹਮਣੇ ਵਾਲੇ ਨੂੰ ਪਤਾ ਹੈ ਕਿ ਅਸੀਂ ਇਹਨਾਂ ਨੂੰ 2-4 ਚਪੇੜਾ ਮਾਰਾਂਗੇ, ਇਹਨਾਂ ਤੇ ਜ਼ੁਲਮ ਕਰਾਂਗੇ, ਇਹਨਾਂ ਦੇ ਕਿਸੇ ਲੀਡਰ ਨੇ ਬੋਲਣਾ ਨਹੀਂ, ਕਿਉਂਕਿ ਲੀਡਰ ਆਪਣੀਆਂ ਗੋਲਕਾਂ ਤੇ ਆਪਣੀ ਚੌਧਰੀ ਫਸੇ ਨੇ। ਇਸ ਕਰਕੇ ਸਿੱਖ ਕਮਿਊਨਿਟੀ ਨੂੰ ਅੱਜ ਦੀ ਡੇਟ ਦੇ ਅੰਦਰ ਇੰਡੀਆ ਦੇ ਅੰਦਰ ਟਾਰਗੇਟ ਕਰਨਾ ਬੜਾ ਆਸਾਨ ਹੋ ਗਿਆ। ਸੋ ਤੁਸੀਂ ਉਹ ਕਿਸੇ ਮੁਸਲਮਾਨ ਜਸਵਿੰਦਰ ਸਿੰਘ ਜੀ, ਸੋ ਤੁਸੀਂ ਕਿਤੇ ਨਾ ਕਿਤੇ ਲੀਡਰਾਂ ਨੂੰ ਦੋਸ਼ੀ ਠਹਿਰਾ ਰਹੇ ਹੋ ਜੀ ਕਿ ਜਿਹੜੇ ਲੀਡਰ ਆ ਉਹ ਬਿਲਕੁਲ ਇਹਨਾਂ ਮਸਲਿਆਂ ਦੇ ਵਿੱਚ ਜਾ ਕੇ ਪੁੱਛ-ਗਿੱਛ ਜਾਂ ਕਾਰਵਾਈ ਜਿਹੜੀ ਕਰਨ ਤੋਂ ਕੀ ਉਹ ਅਸਮਰੱਥ ਨੇ ਕਿ ਜਾਂ ਕਿ ਉਹ ਕਾਰਵਾਈ ਕਿਉਂ ਨਹੀਂ ਕਰ ਰਹੇ? ਇਹਦਾ ਕਾਰਨ ਕੀ ਹੈ? ਦੇਖੋ ਜੀ, ਉਹਨਾਂ ਦੀ ਆਪਣੀਆਂ ਰਾਜਨੀਤਿਕ ਮਜਬੂਰੀਆਂ ਨੇ। ਮਾਫ ਕਰਨਾ, ਕੁਰਸੀ ਔਰ ਚੌਧਰ ਦੀ ਲੜਾਈ ਔਰ ਉਸ ਲਾਲਚੀ ਤੇ ਸਾਡੇ ਲੀਡਰ ਫਸੇ ਹੋਏ ਨੇ। ਮੈਂ ਬੜਾ ਵਧੀਆ ਇੱਕ ਐਗਜ਼ਾਮਪਲ ਦੇ ਦੇਣਾ ਜਿਹਨੂੰ ਸ਼ਾਇਦ ਸੰਗਤਾਂ ਦੇ ਲਈ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਸਬੂਤ ਦੇ ਤੌਰ ਤੇ ਗਿਰਾ ਸਕਦਾ। ਜਦੋਂ ਜੋਗਿੰਦਰ ਸਿੰਘ ਵੇਦਾਂਤੀ ਤਕਰੀਬਨ ਇਸ ਗੱਲ ਨੂੰ 10-12 ਸਾਲ ਹੋ ਗਏ ਨੇ ਜੀ, ਅਕਾਲ ਤਖਤ ਦੇ ਜਥੇਦਾਰ ਸਨ। ਉਸ ਵੇਲੇ ਦਿੱਲੀ ਤੋਂ ਸਾਡੇ ਤਿਲਕ ਵਿਹਾਰ ਦੀਆਂ ਵਿਧਵਾਵਾਂ ਦੀਆਂ ਜਥੇਦਾਰ ਸਾਹਿਬ ਕੋਲ ਰੋਂਦੀਆਂ ਹੋਈਆਂ ਕਿ ਅਸੀਂ ਆਪਣਾ ਦਰਦ ਦੱਸੀਏ, ਅਸੀਂ ਆਪਣੇ ਹੱਕ ਦੀ ਗੱਲ ਕਰੀਏ, ਅਸੀਂ ਉਹਨਾਂ ਨੂੰ ਆਪਣੀ ਪੀੜ, ਆਪਣੀ ਪਰੇਸ਼ਾਨੀ ਦੱਸੀਏ। ਉਸ ਵੇਲੇ ਵੇਦਾਂਤੀ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਉਹਨਾਂ ਨੇ ਇੱਕ ਤੇ ਮਿਲਣ ਨੂੰ ਇਨਕਾਰ ਕੀਤਾ ਔਰ ਉਸ ਤੋਂ ਵੱਡੀ ਸ਼ਰਮ ਦੀ ਗੱਲ, ਮੈਂ ਲਫ਼ਜ਼ ਔਨ ਰਿਕਾਰਡ ਕਹਿ ਰਿਹਾ, ਅਖਬਾਰਾਂ 'ਚ ਉਹਨਾਂ ਨੇ ਮੀਡੀਆ ਸਟੇਟਮੈਂਟ ਦਿੱਤੀ ਇਹਦੇ ਖੇਖੜ ਕਰ ਰਹੀਆਂ ਨੇ। ਖੇਖੜ ਪੰਜਾਬੀ ਦਾ ਖੇਡ ਲਫ਼ਜ਼ ਹੈ ਜਿਹਨੂੰ ਕਿਹਾ ਜਾਂਦਾ ਡਰਾਮਾ ਕਰ ਰਹੀਆਂ ਨੇ। ਤੁਸੀਂ ਸੋਚੋ ਉਹ ਸਾਡੀਆਂ ਤਿਲਕ ਵਿਹਾਰ ਦੀਆਂ ਕਤਲਿਆਂ ਪੀੜਿਤ ਮਾਵਾਂ ਭੈਣਾਂ ਦੇ ਦਿਲ ਤੇ ਕੀ ਬੀਤੀ ਹੋਏਗੀ। ਠੀਕ ਹੈ ਜਸਵਿੰਦਰ ਸਿੰਘ ਜੀ, ਆਪਾਂ ਮਸਲੇ ਤੇ ਆਈਏ ਕਿ ਅੱਜ ਦਾ ਜਿਹੜਾ ਮਸਲਾ ਇਹ ਹੈ ਕਿ ਜੋ ਉੱਥੇ ਹੋਇਆ, ਸਿੱਖ ਫੈਮਲੀਆਂ ਜਿਹੜੀਆਂ ਕਿ ਮਾਈਗ੍ਰਾਂਟਸ ਨੇ ਉਹਨਾਂ ਨੂੰ ਜਿਹੜੀਆਂ ਜੋਬਾਂ ਵੀ ਉੱਥੇ ਦਿੱਤੀਆਂ ਗਈਆਂ ਤੇ ਨਾਲ ਇਹ ਵੀ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਅਕੋਮੋਡੇਸ਼ਨ ਵੀ ਦਿੱਤੀ ਜਾਏਗੀ। ਉਹਦੇ ਹਿਸਾਬ ਨਾਲ ਜਿਹੜੀ ਹੈ ਕਿ ਉਹਨਾਂ ਦੇ ਕੋਲ ਕੋਰਟ ਦਾ ਵੀ ਆਰਡਰ ਹੈ, ਸਟੇ ਜਿਹੜਾ ਆ ਉਹ ਵੀ ਆ, ਲੇਕਿਨ ਉਹਦੇ ਬਾਵਜੂਦ ਵੀ ਜਿਹੜੀ ਕਾਰਵਾਈ ਪੁਲਿਸ ਨੇ ਉੱਥੇ ਕਰ ਦਿੱਤੀ ਆ, ਮਾਰਕੁੱਟ ਕਰ ਦਿੱਤੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਉਹੀ ਚੀਜ਼ ਆਉਂਦੀ ਜਿਸ ਠੀਕ ਹੈ, ਮੈਂ ਡਿਟੇਲ ਤੇ ਜ਼ਿਆਦਾ ਮੈਂ
ਚਲਾ ਗਿਆ। ਮਗਰ ਗੱਲ ਉਹੀ ਹੋਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਈਨੋਰਟੀ ਦੇ ਗਿਣਤੀ ਦੇ ਚੰਦ ਪਰਿਵਾਰ ਹੈਗੇ ਨੇ, ਇਹਨਾਂ ਨੂੰ ਟਾਰਗੇਟ ਕਰਨਾ ਵੀ ਆਸਾਨ ਸੀ। ਤੇ ਮੈਜੋਰਟੀ ਮਾਫ ਕਰਨਾ ਅਗਰ ਉੱਥੇ ਅਸੀਂ ਲਫ਼ਜ਼ ਵਰਤਿਆ ਹੈਗਾ, ਮੈਂ ਵੀ ਕੱਲ ਆਪਣੀ ਬ੍ਰੇਕਿੰਗ ਨਿਊਜ਼ ਅੰਦਰ ਲਫ਼ਜ਼ ਵਰਤਿਆ ਹੈਗਾ ਕਿ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਨੇ ਮਾਰ ਕੁਟਾਈ ਕੀਤੀ। ਅਗਰ ਉੱਥੇ ਮੁਸਲਿਮ ਕਮਿਊਨਿਟੀ ਹੁੰਦੀ ਹੈ, ਕ੍ਰਿਸਚਨ ਹੁੰਦੀ, ਕਿਉਂਕਿ ਉਹਨਾਂ ਦਾ ਉਸ ਜਗ੍ਹਾ ਤੇ ਕਬਜ਼ਾ ਹੈ ਆਲਰੇਡੀ, ਤੇ ਮਾਫ ਕਰਨਾ ਉਹ ਵੀ ਟਾਰਗੇਟ ਕਰਦੇ। ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ, ਚੰਦ ਪਰਿਵਾਰਾਂ ਦੇ ਲਈ ਆਪਣੇ ਹੱਕ ਦੀ ਲੜਾਈ ਲੜਨੀ ਅੱਜ ਦੇ ਅਜੋਕੇ ਹਾਲਾਤਾਂ 'ਚ ਜੋ ਸਾਡੇ ਮੁਲਕ ਦੇ ਨੇ ਉਹ ਬਹੁਤ ਔਖੇ ਹੈਗੇ ਨੇ, ਖਾਸ ਕਰਕੇ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਕੋਈ ਵਲੀ ਵਾਰਸ ਨਾ ਹੋਵੇ। ਠੀਕ ਹੈ, ਮੈਂ ਅਗਲੇ ਮੁੱਦੇ ਸਾਡੇ ਹੱਕ 'ਚ ਸੀ। ਅਗਲੇ ਮੁੱਦੇ ਵੱਲ ਆਵਾਂ। ਸ਼ਿਲਾਂਗ ਦਾ ਜਿਹੜਾ ਮੁੱਦਾ ਹੈ ਡਾਂਗ ਮਾਰ ਗੁਰਦੁਆਰਾ ਸਾਹਿਬ ਦਾ, ਉਹ ਕੀ ਹੈ ਇਸ ਵੇਲੇ? ਮੈਂ ਤੇ ਥੋੜਾ ਜਿਹਾ ਆਪ ਜੀ ਨੂੰ ਕਲੀਅਰ ਕਰ ਦੇਵਾਂ, ਅੱਗੇ ਨੂੰ ਕਹਿਣ ਦੀ ਗਲਤੀ ਲੱਗੀ ਹੈ। ਸ਼ਿਲਾਂਗ ਇੱਕ ਅਲੱਗ ਮਸਲਾ ਹੈ ਤੇ ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਿਮ ਦਾ ਮਸਲਾ ਹੈਗਾ। ਇਹ ਦੋਨੋਂ ਵੱਖ-ਵੱਖ ਹੈਗੇ ਨੇ। ਹਾਂਜੀ, ਤੇ ਮੈਂ ਸਭ ਤੋਂ ਪਹਿਲੇ ਮੈਂ ਗੁਰਦੁਆਰਾ ਡਾਂਗਮਾਰ ਹੈਲੋ ਹੈਲੋ ਆ ਰਹੀ ਹੈ ਜੀ ਆਪ ਜੀ ਨੂੰ? ਹਾਂਜੀ, ਹੁਣ ਆਵਾਜ਼ ਆ ਰਹੀ ਹੈ। ਕਿਉਂਕਿ ਮਸਲੇ ਅਲੱਗ-ਅਲੱਗ ਨੇ। ਜਿਹੜਾ ਇੱਕ ਮੇਘਾਲਿਆ ਦਾ ਮਸਲਾ ਉਹ ਵੀ ਅਲੱਗ ਹੈ, ਜਿੱਥੋਂ ਸਿੱਖਾਂ ਨੂੰ ਨੋਟਿਸ ਦਿੱਤਾ ਗਿਆ, ਉਹ ਵੀ ਮਸਲਾ ਅਲੱਗ ਹੈ। ਤੁਸੀਂ ਤਕਰੀਬਨ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਇਹ ਤਿੰਨੇ ਮਸਲੇ ਜਿਹੜੇ ਨੇ ਇਹਨਾਂ ਨੂੰ ਬਿਲਕੁਲ ਅਲੱਗ-ਅਲੱਗ ਥੋੜ੍ਹੇ ਸ਼ਾਰਟ ਜਿਹਾ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ। ਬਿਲਕੁਲ ਜੀ, ਮੈਂ ਤੇ ਦੋ ਮੁੱਖ ਮਸਲੇ ਨੇ ਜਿਹੜੇ ਮੇਘਾਲਿਆ ਦੇ ਅੰਦਰ। ਸ਼ਿਲੌਂਗ ਦੀ ਗੱਲ ਹੈ, ਉੱਥੇ ਪੰਜਾਬੀ ਬਸਤੀ ਦਾ ਮਸਲਾ ਹੈਗਾ ਜੀ। ਮੈਂ ਦੱਸ ਦੇਵਾਂ, ਬਿਲਕੁਲ ਉਹ ਸਿੱਖ ਪਰਿਵਾਰ ਹੈਗੇ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਸਾਏ ਹੋਏ ਨੇ। ਇਹਨਾਂ ਦੇ ਕੋਲ ਉਸ ਵੇਲੇ ਦੇ 200 ਸਾਲ ਪੁਰਾਣੇ ਪੇਪਰ ਤੱਕ ਹੈਗੇ ਨੇ, ਕਿਉਂਕਿ ਇਹ ਜ਼ਮੀਨ ਉਹਨਾਂ ਨੂੰ ਉਸ ਵੇਲੇ ਦੇ ਰਾਜਾ ਨੇ ਦਾਨ ਨਹੀਂ ਦਿੱਤੀ ਸੀ। ਕਿਉਂਕਿ ਉਸ ਵੇਲੇ ਜਦੋਂ ਸਾਡੀਆਂ ਖਾਲਸਾ ਫੌਜਾਂ ਸਨ, ਹਿੰਦੁਸਤਾਨ ਦੇ ਬਾਰਡਰ ਦੇ ਉੱਤੇ ਰਹਿੰਦੀਆਂ ਸਨ, ਤੇ ਉਹ ਉਹਨਾਂ ਦੇ ਵੰਸ਼ਜ ਪਰਿਵਾਰ ਹੈਗੇ ਨੇ। ਇਹਨਾਂ ਕੋਲ ਅੱਜ ਦੀ ਡੇਟ ਵਿੱਚ ਮੌਜੂਦਾ ਕੋਈ ਪ੍ਰਾਪਰਟੀ ਦੇ ਪੇਪਰ ਨਹੀਂ ਨੇ, ਮਗਰ ਇਹਨਾਂ ਕੋਲ ਪੁਰਾਣੇ ਜਿਹੜੇ ਬਜ਼ੁਰਗਾਂ ਦੇ ਲਫ਼ਜ਼ ਔਰ ਕੁਝ ਕਾਗਜ਼ ਹੈਗੇ ਨੇ ਜਿਹੜੇ ਕੋਰਟ ਵਿੱਚ ਸਬਮਿਟ ਹੈਗੇ ਨੇ। ਇਹ ਮੁੱਦਾ ਅੱਜ ਤੋਂ ਕੁਝ ਸਮੇਂ ਪਹਿਲੇ ਉੱਠਿਆ ਸੀ ਕਿ ਉੱਥੇ ਦੇ ਜਿਹੜੇ ਲੋਕਲ ਨੇਪਾਲੀਜ਼ ਹੈਗੇ ਨੇ ਉਹ ਚਾਹੁੰਦੇ ਹੈਗੇ ਸਨ ਕਿ ਇਹਨਾਂ ਨੂੰ ਇੱਥੋਂ ਦੀ ਬਾਹਰ ਕੱਢਿਆ ਜਾਏ, ਕਿਉਂਕਿ ਉਹ ਕਲੋਨੀ, ਮੈਂ ਖੁਦ ਗਿਆ, ਇਕਲੌਤਾ ਸਾਡਾ ਟੀਵੀ ਚੈਨਲ ਸੀ ਜਿਹਦੇ ਬਿਆਨ ਉੱਤੇ ਦਾਸ ਖੁਦ ਸ਼ਿਲੌਂਗ ਗਿਆ ਹੈਗਾ। ਉਹ ਬਹੁਤ ਪ੍ਰਾਈਮ ਲੋਕੇਸ਼ਨ ਹੀ ਜੋ ਜ਼ਮੀਨਾਂ ਦੀ ਕੀਮਤ ਕਰੋੜਾਂ ਅਰਬਾਂ ਰੁਪਏ ਬਣ ਚੁੱਕੀ ਹੈ। ਤੇ ਉੱਥੇ ਦੀ ਲੋਕਲ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਇਲਾਕੇ ਦੇ ਕਹਿ ਲਈਏ ਅਸੀਂ ਭੂ ਮਾਫੀਆ ਵੀ ਕਹਿ ਸਕਦੇ ਹੈਗੇ ਆ, ਉਹ ਚਾਹੁੰਦੇ ਸਨ ਕਿ ਇਹਨਾਂ ਨੂੰ ਚੁੱਕ ਕੇ ਕਿਸੇ ਬਾਰਡਰ ਏਰੀਆ ਦੇ ਉੱਤੇ ਜਾਂ ਜੰਗਲਾਂ ਛੁੱਟ ਦਿੱਤਾ ਜਾਏ ਤਾਂ ਬੇਸ਼ਕੀਮਤੀ ਜ਼ਮੀਨ ਦੇ ਉੱਤੇ ਮਾਲ ਬਣਾਏ ਜਾ ਸਕਣ। ਇਸ ਚੀਜ਼ ਦੇ ਉੱਤੇ ਬਕਾਇਦਾ ਕੇਸ ਚੱਲ ਰਿਹਾ। ਤੇ ਮੈਂ ਵੀ ਦੱਸ ਦੇਵਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਜਿਹੜੇ ਪ੍ਰਧਾਨ ਮਨਜੀਤ ਸਿੰਘ ਜੀਕੇ ਸਨ, ਉਹ ਵੀ ਪਹੁੰਚੇ ਸਨ ਉੱਥੇ। ਉਹਨਾਂ ਨੇ ਉੱਥੇ ਜਾ ਕੇ ਚੀਫ ਮਿਨਿਸਟਰ ਆਫ ਮੇਘਾਲਿਆ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਮੈਂ ਆਪਣੀ ਗੱਲ ਨੂੰ ਛੋਟਾ ਕਰਾਂ, ਉਸ ਵੇਲੇ ਕੋਰਟ ਨੇ ਇਹਨਾਂ ਦੇ ਫੇਵਰ ਵਿੱਚ ਸਟੇ ਦਿੱਤਾ ਹੈਗਾ ਸੀ। ਮਗਰ ਅਫਸੋਸ ਦੀ ਗੱਲ, ਬੜੀ ਹੈਰਾਨੀ ਦੀ ਗੱਲ ਹੈ, ਕੇਂਦਰ ਦੇ ਅੰਦਰ ਸਰਕਾਰ ਬਦਲਣ ਤੋਂ ਬਾਅਦ ਉਹੀ ਹਾਈ ਕੋਰਟ ਹੈ, ਉਹੀ ਫੈਸਲਾ ਹੈ, ਉਹੀ ਪੰਜਾਬੀ ਪਰਿਵਾਰ ਹੈ ਜਿਹਨਾਂ ਨੂੰ ਪੰਜਾਬੀ ਪਰਿਵਾਰ ਕਿਹਾ ਜਾਂਦਾ ਹੈਗਾ। ਹੁਣ ਉਸੇ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਦਿੱਤਾ ਕਿ ਸਿਰਫ 1 ਮਹੀਨੇ ਦੇ ਅੰਦਰ ਅੰਦਰ ਤੁਸੀਂ ਮੌਜੂਦਾ ਸਰਕਾਰ ਔਰ ਮੌਜੂਦਾ ਕਾਗਜ਼ ਕਾਰਵਾਈ ਜਿਹੜੀ ਹੈਗੀ ਉਹ ਪ੍ਰੂਵ ਕਰੋ ਕਿ ਤੁਸੀਂ ਇੱਥੇ ਰਹਿੰਦੇ ਹੈਗੇ ਹੋ। ਇਹ ਇੱਕ ਸਰਕਾਰ ਦਾ ਔਰ ਮਾਫ ਕਰਨਾ ਅਦਾਲਤਾਂ ਦਾ ਦੋਗਲਾ ਰਵੱਈਆ ਹੈਗਾ ਜੋ ਉੱਥੇ ਦੀ ਪੰਜਾਬੀ ਕਲੋਨੀ ਨੂੰ ਦੇਖਣ ਨੂੰ ਮਿਲ ਰਿਹਾ, ਜਿਹਦਾ ਨਤੀਜਾ 1 ਮਹੀਨੇ ਬਾਅਦ ਦੇਖਣ ਨੂੰ ਹੋਏਗਾ ਕਿ ਕੀ ਹਾਲਾਤ ਪੈਦਾ ਹੋਣਗੇ। ਤੇ ਹੁਣ ਅਗਰ ਅਸੀਂ ਗੱਲ ਕਰੀਏ ਗੁਰਦੁਆਰਾ ਡੋਂਗਮਾਰ ਸਾਹਿਬ ਦੀ, ਜੋ ਸਿੱਕਿਮ ਦਾ ਮਸਲਾ ਹੈਗਾ, ਉੱਥੇ ਵੀ ਇਹੀ ਹੋਇਆ ਕਿਉਂਕਿ ਸਿੱਖਾਂ ਦੀ ਗਿਣਤੀ ਨਾ ਮਾਤਰ ਹੋਣ ਕਰਕੇ ਜਿਹੜੇ ਸਾਡੇ ਤੋਂ ਪਵਿੱਤਰ ਇਤਿਹਾਸਕ ਗੁਰਦੁਆਰੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਚਰਨ ਚੋਂ ਪ੍ਰਾਪਤ ਗੁਰਦੁਆਰਾ ਡੋਂਗਮਾਰ ਸਾਹਿਬ ਔਰ ਗੁਰੂ ਨਾਨਕ ਗੁਰਦੁਆਰਾ ਚੁੰਗਥਾਂਗ, ਜੋ ਡੋਂਗਮਾਰ ਸਾਹਿਬ ਤੋਂ ਤਕਰੀਬਨ 60 ਕਿਲੋਮੀਟਰ ਥੱਲੇ ਦੋਨੋਂ ਪਹਾੜੀ ਇਲਾਕੇ 'ਚ ਹੈ, ਉਹ ਗੁਰਦੁਆਰੇ ਤੇ ਜਾਣ ਦੇ ਲਈ ਬਕਾਇਦਾ ਆਰਮੀ ਦੀ ਪਰਮਿਸ਼ਨ ਲੈ ਕੇ ਜਾਣਾ ਪੈਂਦਾ ਹੈ। ਮੈਂ ਤੇ ਇਹ ਵੀ ਸੰਗਤਾਂ ਨੂੰ ਦੱਸ ਦੇਵਾਂ, ਤੁਸੀਂ ਪਰਮਿਟ ਲੈ ਕੇ ਜਾ ਸਕਦੇ ਹੈਗੇ ਕਿਉਂਕਿ ਸਾਰਾ ਬਾਰਡਰ ਏਰੀਆ ਚਾਈਨਾ ਦਾ ਬਾਰਡਰ ਲੈਂਦਾ। ਡੋਕਲਾਮ ਦਾ ਮਸਲਾ ਜਿਵੇਂ ਅੱਜ ਤੋਂ ਕੁਝ ਸਮਾਂ ਪਹਿਲੇ ਚਾਈਨਾ ਦੇ ਨਾਲ ਜੰਗ ਦੀ ਗੱਲਾਂ ਹੋ ਗਈਆਂ ਸਨ ਕਿ ਤਣਾਅ ਪੈਦਾ ਹੋ ਗਿਆ ਸੀ। ਇਹ ਇਲਾਕਾ ਉਹੀ ਹੋਈ ਹੈ ਕਿ ਗੁਰਦੁਆਰਾ ਡੋਂਗਮਾਰ ਤੋਂ ਤਕਰੀਬਨ ਕੁਝ ਕਿਲੋਮੀਟਰ ਦੂਰ ਦੇ ਉੱਤੇ, ਸਿਰਫ 18 ਕਿਲੋਮੀਟਰ ਦੂਰ ਦੇ ਉੱਤੇ ਚਾਈਨਾ ਦਾ ਬਾਰਡਰ ਹੈਗਾ ਜੀ। ਉੱਥੇ ਵੀ ਇਹੀ ਕੰਮ ਹੋਇਆ ਸੀ। ਲੋਕਲ ਜਿਹੜੇ ਉੱਥੇ ਦੇ ਬੰਦੇ ਨੇ ਉਹਨਾਂ ਨੇ ਸਿੱਖਾਂ ਨਾਲ ਵੈਰ ਕਮਾਉਂਦੇ ਹੋਏ ਬਿਨਾਂ ਕਿਸੇ ਨੂੰ ਦੱਸੇ ਉੱਤੋਂ ਦੀ ਗੁਰਦੁਆਰਾ ਡੋਂਗਮਾਰ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸਿਕ ਖਜ਼ਾਨਾ, ਉਹਨਾਂ ਦੇ ਜਿਹੜੇ ਵਸਤਰ ਹੈਗੇ ਸਨ, ਉਹਨਾਂ ਦੇ ਕਈ ਪੁਰਾਤਨ ਚੀਜ਼ਾਂ ਸਨ ਉਹਨਾਂ ਦੀਆਂ, ਉਹ ਤੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਨੂੰ ਚੁੱਕਿਆ। ਬਾਕੀ ਸਾਰਾ ਸਮਾਂ ਤੇ ਆਪਣੇ ਕੰਟਰੋਲ ਵਿੱਚ ਖੁਦ ਕਰ ਦਿੱਤਾ, ਸਰਕਾਰ ਨੇ ਕਬਜ਼ੇ ਲੈ ਲਿਆ। ਮਗਰ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥੱਲੇ 60 ਕਿਲੋਮੀਟਰ ਥੱਲੇ ਲੈ ਕੇ ਗੁਰਦੁਆਰਾ ਚੁੰਗਥਾਂਗ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਉਹਦੇ ਕੇ ਸੜਕ ਦੇ ਉੱਤੇ ਰੱਖ ਦਿੱਤਾ। ਠੀਕ ਹੈ ਜੀ, ਉਸ ਤੋਂ ਬਾਅਦ ਸਾਰਾ ਮਸਲਾ ਸ਼ੁਰੂ ਹੋਇਆ। ਜਸਵਿੰਦਰ ਸਿੰਘ ਜੀ, ਅਗਲਾ ਮਸਲਾ ਜਿਹੜਾ ਅਸੀਂ ਤੁਹਾਡੇ ਕੋਲ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਰੂਰ ਲਵਾਂਗੇ, ਕਿਉਂਕਿ ਇਸ ਵੇਲੇ ਸਮਾਂ ਜਿਹੜਾ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਇਹ ਸਨ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਤਿੰਨਾਂ ਮਸਲਿਆਂ ਦੇ ਬਾਰੇ ਸਾਡੇ ਨਾਲ ਸਾਂਝ ਪਾਈ ਹੈ ਜੀ। ਸੋ ਇਹ ਜਿਹੜੇ ਮੁੱਦੇ ਨੇ ਇਸ ਲਈ ਕਰੰਟ ਅਫੇਅਰ ਜਿਹੜੇ ਨੇ ਇਹ ਉਠਾਏ ਜਾਂਦੇ ਨੇ ਸਿੱਖ ਚੈਨਲ ਦੇ ਵੱਲੋਂ। ਇਹ ਜਿਹੜੇ ਵਿਚਾਰ ਜਸਵਿੰਦਰ ਸਿੰਘ ਜੀ ਦੇ ਆਪਣੇ ਵਿਚਾਰ ਉਹਨਾਂ ਦੇ ਸਨ। ਸੋ ਆਓ, ਕਿਉਂਕਿ ਟਾਈਮ ਜਿਹੜਾ ਇਸ ਪ੍ਰੋਗਰਾਮ ਦਾ ਬਿਲਕੁਲ ਖਤਮ ਹੋ ਚੁੱਕਾ ਹੈ। ਤੁਹਾਨੂੰ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਦਾ ਹੈ ਜਾਂ ਇਸ ਬਾਰੇ ਤੁਸੀਂ ਕੋਈ ਵਿਚਾਰ ਕਰਨੀ ਆ, ਤੁਸੀਂ ਸਾਡੇ ਨਾਲ ਕਰੰਟ ਅਫੇਅਰਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰ ਸਕਦੇ ਆ। ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਆ, ਤੁਸੀਂ ਵੀ ਇਸ ਬਾਰੇ ਸਾਨੂੰ ਪੁੱਛ ਸਕਦੇ ਆ। ਵੇਖਦੇ ਰਹੋ ਸਿੱਖ ਚੈਨਲ, ਔਰ ਸਿੱਖ ਚੈਨਲ ਇਸ ਤਰ੍ਹਾਂ ਦੇ ਮੁੱਦੇ, ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੇਗਾ, ਔਰ ਇਸ ਤਰ੍ਹਾਂ ਦੇ ਤੁਹਾਨੂੰ ਅਵੇਅਰਨੈਸ ਜਿਹੜੀ ਆ ਉਹ ਸਿੱਖ ਚੈਨਲ ਦੇ ਰਾਹੀਂ ਮਿਲਦੀ ਰਹੇਗੀ। ਵੇਖਦੇ ਰਹੋ ਜੀ ਸਿੱਖ ਚੈਨਲ, ਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।